ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਦੁਖ ਨਿਕੰਦਨ, ਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇ ਦਾਨਸ ਪੀਜੂ ਹਤ ਹਸਤ ਸਾਹਿਬ ਸੌਰ। ਹਕੀਕਤ ਸਨਾਸਤ ਜਾਹਰ ਜਹੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ। ਆਪ ਜੀ ਗੁਰੂ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਇਸ ਧਰਤੀ ਤੇ ਸੱਚਖੰਡ ਬਣਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਲਿਖਦੇ ਹਨ। ਸਾਧ ਸੰਗਤ ਸੱਚਖੰਡ ਵਸਾਇਆ। ਗੁਰੂ ਨਾਨਕ ਦੇਵ ਜੀ ਨੇ ਜੋ ਸੱਚਖੰਡ ਦਾ ਨਜ਼ਾਰਾ ਹੈ, ਉਹ ਆਮ ਲੋਕਾਂ ਨੂੰ ਵੀ ਮਿਲ ਜਾਵੇ, ਸਾਰਿਆਂ ਦਾ ਭਲਾ ਹੋ ਜਾਵੇ, ਸਾਰੇ ਸੱਚਖੰਡ ਦੇ ਨਜ਼ਾਰਿਆਂ ਦਾ ਆਨੰਦ ਮਾਣ ਸਕਣ। ਗੁਰੂ ਸਾਹਿਬ ਧਰਤੀ ਤੇ ਆ ਕੇ ਸਾਧ ਸੰਗਤ ਰੂਪੀ ਸੱਚਖੰਡ ਵਸਾ ਦਿੱਤਾ। ਸਾਧ ਸੰਗਤ ਜੀ ਭਾਈ ਸਾਹਿਬ ਹੋਰ ਵੀ ਬਚਨ ਲਿਖਦੇ ਨੇ। ਉਹ ਕਹਿੰਦੇ ਨੇ, ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ। ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ। ਲਖ ਸ਼ਿਸ਼ਿਰ ਲਖ ਭਾਨ, ਲਖ ਭਾਨ, ਭਾਨ ਕਹਿੰਦੇ ਨੇ ਸੂਰਜ ਨੂੰ। ਲੱਖਾਂ ਸੂਰਜ ਤੇ ਲੱਖਾਂ ਚੰਦਰਮਾ, ਉਹਨਾਂ ਦੀਆਂ ਕਿਰਨਾਂ, ਆਹ ਜਿਹੜਾ ਨੂਰ ਹੈ, ਗੁਰੂ ਕੇ ਚਰਨਾਂ ਵਿੱਚ ਬੈਠ ਕੇ ਜੋ ਬਾਣੀ ਦਾ ਨੂਰ ਮਿਲਦਾ ਹੈ, ਜਿਹੜਾ ਗੁਰਬਾਣੀ ਦਾ ਕੀਰਤਨ ਸੁਣ ਕੇ ਜਾਂ ਗੁਰਬਾਣੀ ਦੀ ਕਥਾ ਸੁਣ ਕੇ ਗਿਆਨ ਮਿਲਦਾ, ਉਹਦੇ ਸਾਹਮਣੇ ਉਹ ਮੱਧਮ ਹੈ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, 100 ਚੰਦਰਮਾ ਹੋਣ ਤੇ ਹਜ਼ਾਰਾਂ ਸੂਰਜ ਹੋਣ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਵੀ ਬੰਦਾ ਤੇ ਹਨੇਰੇ ਵਿੱਚ ਹੀ ਹੈ ਨਾ।
ਭਟਕ ਰਿਹਾ ਹੈ, ਉਹਦੇ ਅੰਦਰ ਦੇ ਸ਼ੰਕੇ ਮਿਟੇ ਕੋਈ ਨਹੀਂ, ਉਹਦਾ ਭਰਮ ਨਹੀਂ ਟੁੱਟਾ। ਇਸ ਸੰਸਾਰ ਦੇ ਵਿੱਚ ਸਭ ਤੋਂ ਦੁੱਖ ਦੇਣ ਵਾਲੀ ਚੀਜ਼ ਭਰਮ ਹੈ। ਦੁੱਖ ਤੋਂ ਵੱਡਾ, ਭਰਮ ਤੋਂ ਵੱਡਾ ਕੋਈ ਦੁੱਖ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਰਮ ਦੇ ਵਿੱਚ ਰੱਸੀ ਸੱਪ ਦਿਸਦੀ ਹੈ ਤੇ ਬੰਦਾ ਡਰ ਡਰ ਕੇ ਮਰੀ ਜਾਂਦਾ। ਜਦੋਂ ਬੰਦੇ ਦੇ ਸਾਹਮਣੇ ਪ੍ਰਕਾਸ਼ ਕਰ ਦਈਏ, ਰੋਸ਼ਨੀ ਕਰ ਦਈਏ, ਰੱਸੀ ਦਾ ਪ੍ਰਤੱਖ ਗਿਆਨ ਹੋ ਜਾਵੇ, ਸੱਪ ਦਾ ਭਰਮ ਨਿਕਲ ਜਾਂਦਾ ਹੈ। ਇਹ ਸੰਸਾਰ ਦੇ ਵਿੱਚ ਕਹਿੰਦੇ ਹਰ ਬਿਮਾਰੀ ਦਾ ਇਲਾਜ ਹੈ, ਵਹਿਮ ਦਾ ਕੋਈ ਇਲਾਜ ਨਹੀਂ, ਭਰਮ ਦਾ ਕੋਈ ਇਲਾਜ ਨਹੀਂ। ਕੋਈ ਦਵਾਈ ਨਹੀਂ ਬਣੀ, ਕੋਈ ਐਸੀ ਡੋਜ਼ ਡਾਕਟਰ ਦਵੇ ਵੀ ਭਰਮ ਨਿਕਲ ਜਾਵੇ। ਡਾਕਟਰ ਆਪ ਵਿਚਾਰੇ ਕਈ ਵਾਰੀ ਭਰਮ 'ਚ ਬਿਮਾਰ ਹੋ ਜਾਂਦੇ ਆ, ਉਹਨਾਂ ਨੂੰ ਦਵਾਈ ਨਹੀਂ ਲੱਭਦੀ। ਸੰਸਾਰ ਦੇ ਸਾਰੇ ਭਰਮਾਂ ਦਾ ਨਾਸ ਗੁਰੂ ਸਾਹਿਬ ਦੀ ਬਾਣੀ ਕਰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਜਦੋਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੰਗਤ 'ਚ ਆਉਂਦੇ ਹਾਂ, ਉਦੋਂ ਸਾਡਾ ਭਰਮ ਭੁਲੇਖਾ ਮਿਟਦਾ ਹੈ ਅਤੇ ਫਿਰ ਸ਼ਾਂਤੀ ਮਿਲਦੀ ਹੈ, ਸੁੱਖ ਮਿਲਦਾ ਹੈ, ਸਕੂਨ ਮਿਲਦਾ ਹੈ। ਜਿੰਨੇ ਧਰਮ ਸਥਾਨ ਬਣੇ ਨੇ, ਗੁਰਦੁਆਰੇ, ਮੰਦਰ, ਚਰਚ, ਮਸਜਿਦ, ਮਸੀਤ, ਜਿੰਨੇ ਵੀ ਸਥਾਨ ਨੇ, ਜਿੰਨੇ ਧਰਮ ਨੇ, ਜਿੰਨੇ ਧਰਮ ਗ੍ਰੰਥ ਨੇ, ਕਾਹਦੇ ਵਾਸਤੇ ਨੇ? ਕਿ ਬੰਦਾ ਸੁਖੀ ਹੋਵੇ, ਸ਼ਾਂਤੀ ਮਿਲੇ। ਜੇ ਬੰਦਾ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਵੀ, ਗੁਰਦੁਆਰਿਆਂ 'ਚ ਆ ਕੇ ਵੀ ਅਜੇ ਸ਼ਾਂਤ ਨਹੀਂ ਹੈ, ਤਾਂ ਫਿਰ ਕਦੋਂ ਸ਼ਾਂਤ ਹੋਵੇਗਾ? ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਹਰ ਕੀ ਅਗਨ ਬੁਝਤ ਜਲ, ਸਰਤਾ ਕੈ ਨਾਉ ਮੇਂ ਜੋ ਆਗ ਲਗੇ, ਕੈਸੇ ਕੈ ਬੁਝਾਈਏ। ਬਾਹਰ ਕਿਸੇ ਮਕਾਨ ਨੂੰ, ਕਿਸੇ ਬਾਜ਼ਾਰ ਨੂੰ, ਕਿਸੇ ਮਾਰਕੀਟ ਨੂੰ, ਕਿਸੇ ਗੋਦਾਮ ਨੂੰ ਅੱਗ ਲੱਗ ਜਾਵੇ, ਨਦੀ ਦਾ ਪਾਣੀ ਲਿਆ ਕੇ ਉਹਨੂੰ ਬੁਝਾ ਲਈਦਾ, ਅੱਗ ਬੁਝ ਜਾਂਦੀ। ਪਰ ਜੇ ਨਦੀ ਦੇ ਵਿੱਚ ਕਿਸ਼ਤੀ ਸੜ ਕੇ ਸੁਆਹ ਹੋ ਜਾਵੇ, ਫਿਰ ਦੱਸੋ ਫਿਰ ਕੀ ਬਣੇਗਾ? ਸਮਝੋ ਇਸ ਗੱਲ ਨੂੰ। ਭਾਈ ਸਾਹਿਬ ਕਹਿੰਦੇ ਆ, बाहर की अगन बुझत जल, सरता में नाव में जो आग लगे, कैसे कह बुझाइए। बाहर से भाग ओट लीजिए तो कोटगढ़, गढ़ में लूट लीजिए, कहो ठहराइए। बाहर चोरां डाकुआं तो, दुश्मनों तो बचण लई किले 'ਚ ਜਾਈਦਾ ਹੈ, ਥਾਣੇ 'ਚ ਜਾਈਦਾ ਹੈ, ਪੁਲਿਸ ਕੋਲ ਜਾਈਦਾ ਹੈ। ਜੇ ਉੱਥੇ ਹੀ ਮਾਰੇ ਜਾਈਏ ਫਿਰ ਕਿੱਥੇ ਜਾ ਕੇ ਬਚਾਂਗੇ? चोरन के त्रास शरण नरिंद गह, मारे महीपत जियो, कैसे कह बचाई है। चोरां तो डर के राजे की शरण पकड़ी दी है, राजा जी बचाओ। जे राजा ही मार दवे फिर कित्थे बचांगे? बाहर दी अग तो, बाहर दे चोरां तो, बाहर दे दुश्मनां तो बचते बचते जे अंदर सड़ गए। इसे तरह ही भाई साहब कहते हैं, माया डर डरपत हार, गुरुद्वारे जावे। गुरु दे द्वारे ते उदों बंदा जांदा जदों बाहर दे भरम भुलेखे दुखी करते ने। बाहर दे संसे मिटाण लई गुरु घर जाईदा। जे गुरु घर जाके भी संसा ना मिटिया फिर कित्थे मिटेगा? माया डर डरपत हार, गुरुद्वारे जावे, तहाँ जो व्यापै माया, कहाँ ठहराइए। इत्थे आके साडा मन शांत होना चाहिए, गुरु की बाणी नाल प्यार होना चाहिए, तां ही बंदा सुखी हो सकता है। संसार दे विच दो शक्तियां ने, नेकी ते बदी। बदी बंदे नूं दुख दिंदी है, नेकी सुख दिंदी है। बदी हमेशा पैर पसारदी है भी ये बंदा सुखी ना होवे। नेकी हमेशा यतन करती है कि सारे सुखी हो जान। इसे करके इन्हां दा जंग हुंदा है।
ਔਰੰਗਜ਼ੇਬ ਦਾ ਤੇ ਗੁਰੂ ਸਾਹਿਬ ਦਾ ਕੋਈ ਜਾਤੀ ਵੈਰ ਨਹੀਂ ਹੈ, ਪਰ ਨੇਕੀ ਬਦੀ ਦਾ ਝਗੜਾ ਹੈ। ਦਸਮ ਪਾਤਸ਼ਾਹ ਜੀ ਲਿਖਦੇ ਨੇ ਚੰਡੀ ਚਰਿੱਤਰ ਵਿੱਚ ਕਿ ਅਕਾਲ ਪੁਰਖ ਬੈਰ ਵਡਾਏ ਲੜਾਏ ਸੁਰਾਸੁਰ ਆਪਹਿ ਦੇਖਤ ਬੈਠ ਤਮਾਸ਼ਾ। ਚੰਗੇ ਤੇ ਮਾੜਿਆਂ ਵਿੱਚ ਵੈਰ ਪਾ ਦਿੰਦਾ ਹੈ ਤੇ ਉਹਨਾਂ ਦਾ ਤਮਾਸ਼ਾ ਵੇਖਦਾ, ਉਹ ਲੜਦੇ ਰਹਿੰਦੇ। ਅਨਾਦਿ ਕਾਲ ਤੋਂ ਇਹ ਖੇਡ ਚਲੀ ਆ ਰਹੀ ਹੈ, ਅੱਜ ਦੀ ਨਹੀਂ ਹੈ। ਔਰੰਗਜ਼ੇਬ ਨੇ ਜੋ ਜ਼ੁਲਮ ਕੀਤੇ ਹਨ, ਅਤਿਆਚਾਰ ਕੀਤੇ ਹਨ, ਪਾਪ ਕੀਤੇ ਹਨ, ਉਹਨਾਂ ਦਾ ਭਾਂਡਾ ਭੰਨਣ ਲਈ ਕਲਗੀਧਰ ਕਲਮ ਚੁੱਕ ਲਈ ਹੈ। ਪਹਿਲਾਂ ਕਿਰਪਾਨ ਵਾਹੀ ਹੈ, ਹੁਣ ਕਲਮ ਵਾਹ ਰਹੇ ਨੇ। ਕਿਰਪਾਨ ਵੀ ਬੁਰਾ ਕਰਨ ਵਾਸਤੇ ਨਹੀਂ ਵਾਹੀ ਤੇ ਕਲਮ ਵੀ ਭਲੇ ਵਾਸਤੇ ਵਾਹ ਰਹੇ ਨੇ। ਕਿਰਪਾਨ ਵੀ ਤੇ ਕਲਮ ਭਲੇ ਵਾਸਤੇ ਚੱਲੀ ਹੈ ਗੁਰੂ ਸਾਹਿਬ ਦੀ, ਬੁਰਾ ਨਹੀਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਭ ਦਾ ਭਲਾ ਹੀ ਗੁਰੂ ਸਾਹਿਬ ਦਾ ਮਕਸਦ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਇਸ ਦਾ ਬੁਰਾ ਕਿਉਂ ਹੋਵੇ। ਹੁਣ ਮਹਾਰਾਜ ਪਰਮਾਤਮਾ ਦੇ ਵਾਹਿਗੁਰੂ ਦੇ ਗੁਣ ਔਰੰਗਜ਼ੇਬ ਨੂੰ ਪਹਿਲਾਂ ਸੁਣਾਏ, ਕਿਉਂਕਿ ਪਰਮਾਤਮਾ ਦੀ ਉਸਤਤ ਕਰਨੀ ਜ਼ਰੂਰੀ ਹੈ। ਹਰ ਕੰਮ ਤੋਂ ਪਹਿਲਾਂ ਕੋਈ ਵੀ ਕੰਮ ਕਰਨਾ, ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰੋ, ਉਹਦੇ ਗੁਣਾਂ ਨੂੰ ਯਾਦ ਕਰੋ, ਤੁਹਾਡਾ ਕੰਮ ਸਫਲ ਹੋਵੇਗਾ। ਜੇ ਕੰਮ ਦੇ ਵਿੱਚ ਰੱਬ ਨੂੰ ਯਾਦ ਨਹੀਂ ਕੀਤਾ ਤੇ ਉਹ ਕੰਮ ਸਫਲ ਨਹੀਂ ਹੋਵੇਗਾ। ਉਹ 'ਚ ਕੋਈ ਨਾ ਕੋਈ ਵਿਘਨ ਪੈ ਜਾਏਗਾ, ਕੋਈ ਨਾ ਕੋਈ ਰੁਕਾਵਟ ਪੈ ਜਾਏਗੀ। ਇਸੇ ਕਰਕੇ ਸਾਹਿਬ ਕਹਿੰਦੇ ਨੇ, ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੋ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਉਸ ਪ੍ਰਭੂ ਦੀਆਂ ਉਸਤਾਂ ਦੱਸ ਕੇ ਅੱਜ ਔਰੰਗਜ਼ੇਬ ਨੂੰ ਥੋੜ੍ਹੀਆਂ ਖਰੀਆਂ ਸੁਣਾਉਣ ਲੱਗੇ। ਸੁਣੋ ਪਿਆਰ ਨਾਲ, ਆਖੋ ਸਤਿਨਾਮ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇ ਦਾਨਸ ਪੀਜੂ ਹਸਤ ਸਾਹਿਬ ਸੌਰ। ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਨਾ, ਉਹ ਸਿਆਣਿਆਂ ਨੂੰ ਲੱਭਦਾ ਰਹਿੰਦਾ ਹੈ, ਯਾਨੀ ਗਿਆਨ ਦੀ ਕਦਰ ਕਰਦਾ। ਆਖੋ ਸਤਿਨਾਮ ਸ੍ਰੀ। ਉਹ ਗਿਆਨ ਦੀ ਕਦਰ ਕਰਦਾ, ਸਮਝਦਾਰ ਬੰਦੇ ਨੂੰ ਕੋਲ ਬਿਠਾਉਂਦਾ, ਉਹਨੂੰ ਹੋਰ ਸਮਝ ਦਿੰਦਾ, ਉਹਦੇ ਤੇ ਸਿਰ ਤੇ ਹੱਥ ਰੱਖਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਨਿਰਗੁਣਿਆਰਿਆਂ ਨੂੰ ਗੁਣ ਦਿੰਦਾ, ਗੁਣਵੰਤਿਆਂ ਨੂੰ ਹੋਰ ਗੁਣ ਦਿੰਦਾ। ਉਹ ਅਕਲ ਦੀ, ਬੁੱਧੀ ਦੀ, ਗਿਆਨ ਦੀ ਕਦਰ ਕਰਨ ਵਾਲਾ ਹੈ। ਕਿ ਸਾਹਿਬ ਪਿਯੂ ਅਸਤ, ਕਿ ਦਾਨਿਸ਼ ਪਿਯੂ ਅਸਤ। ਦਾਨਿਸ਼ ਜਿਹੜੇ ਸਿਆਣੇ ਹਨ, ਦਾਨਾ ਪੁਰਸ਼ ਹਨ, ਉਹਨਾਂ ਨੂੰ ਕਦਰ ਕਰਦਾ, ਉਹਨਾਂ ਨੂੰ ਤਲਾਸ਼ ਕਰਦਾ। ਕਿ ਸਾਹਿਬ ਸ਼ਊਰ, ਦਿਮਾਗ ਦਾ, ਅਕਲ ਦਾ ਉਹ ਮਾਲਕ ਹੈ, ਖਜ਼ਾਨਾ ਹੈ। ਜਿਵੇਂ ਕੱਲ੍ਹ ਵੀ ਵਿਚਾਰ ਹੋਈ ਸੀ, ਗੁਰੂ ਸਾਹਿਬ ਉਹਨਾਂ ਸ਼ਬਦਾਂ ਨੂੰ ਦੁਹਰਾ ਰਹੇ ਨੇ। ਔਰ ਜਦੋਂ ਕੋਈ ਸ਼ਬਦ ਦੁਹਰਾਇਆ ਜਾਂਦਾ, ਉਹਦਾ ਮਤਲਬ ਹੁੰਦਾ ਵੀ ਸੁਣਨ ਵਾਲੇ ਦੇ ਦਿਮਾਗ ਵਿੱਚ ਇੱਕ ਵਾਰੀ ਜੇ ਗੱਲ ਨਹੀਂ ਸੁਣ ਸਕਿਆ, ਦੂਜੀ ਵਾਰੀ ਸੁਣ ਲਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਸ਼ਬਦ ਦੁਹਰਾ ਕੇ ਕਿਹਾ ਜਾਂਦਾ, ਉਹ ਵਜਨਦਾਰ ਸ਼ਬਦ ਹੁੰਦਾ, ਮਹੱਤਵਪੂਰਨ ਸ਼ਬਦ ਹੁੰਦਾ, ਰਿਪੀਟ ਕੀਤਾ ਜਾਂਦਾ। ਮਹਾਰਾਜ ਫਿਰ ਰਿਪੀਟ ਕਰ ਰਹੇ ਨੇ ਕਿ ਪਰਮਾਤਮਾ ਸਾਹਿਬ ਦਿਮਾਗ ਹੈ, ਉਹ ਬੁੱਧੀ ਦਾ, ਦਿਮਾਗ ਦਾ ਖਜ਼ਾਨਾ ਹੈ। ਉਸ ਪ੍ਰਭੂ ਕੋਲ ਇਤਨਾ ਗਿਆਨ ਹੈ, ਕੁੱਲ ਦੁਨੀਆ ਨੂੰ ਉਹਨੇ ਗਿਆਨ ਦਿੱਤਾ, ਫਿਰ ਵੀ ਉਹਦਾ ਖਜ਼ਾਨਾ ਭਰਿਆ ਹੀ ਹੈ, ਉਹਦੇ ਖਜ਼ਾਨੇ ਨਹੀਂ ਘਟਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਾਂਜੀ, ਹਕੀਕਤ ਸ਼ਨਾਸਤ ਜਹਰ ਜਹੂਰਾ। ਹਕੀਕਤ ਨੂੰ, ਸੱਚਾਈ ਨੂੰ ਪਛਾਣਨ ਵਾਲਾ ਹੈ। ਇੱਥੇ ਦੁਨੀਆ ਵਿੱਚ ਕੀ ਹੁੰਦਾ, ਕਈ ਵਾਰੀ ਝੂਠ ਸੱਚ ਦਾ ਚੋਲਾ ਪਾ ਲੈਂਦਾ ਹੈ ਤੇ ਦੁਨੀਆ ਝੂਠ ਨੂੰ ਮੱਥੇ ਟੇਕਦੀ ਰਹਿੰਦੀ ਹੈ, ਸੱਚ ਕਿਨਾਰੇ ਰਹਿ ਜਾਂਦਾ। ਪਰ ਰੱਬ ਦੁਨੀਆ ਵਰਗਾ ਭੁਲੱਕੜ ਨਹੀਂ ਹੈ। ਰੱਬ ਨੂੰ ਪਤਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਲੱਖਾਂ ਚੋਲੇ ਪਾ ਲਵੇ ਝੂਠ, ਰੱਬ ਤੋਂ ਪਰਦੇ ਨਹੀਂ ਕਰ ਸਕਦਾ।
ਰੱਬ ਨੂੰ ਸਭ ਪਤਾ ਹੈ, ਹਕੀਕਤ ਨੂੰ ਜਾਣਦਾ, ਸੱਚਾਈ ਨੂੰ ਸਮਝਦਾ ਹੈ ਵਾਹਿਗੁਰੂ। ਜ਼ਾਹਰ ਜ਼ਹੂਰ ਸਾਹਮਣੇ ਹਾਜ਼ਰਾਂ ਹਜ਼ੂਰ ਬੈਠਾ ਹੈ, ਵੇਖ ਰਿਹਾ ਹੈ। ਸ਼ਨਾਸਤ ਹਿੰਦੈ ਇਲਮ ਆਲਮ ਖੁਦਾਏ। ਉਹ ਪਰਮਾਤਮਾ ਦੁਨੀਆ ਦੇ ਸਾਰੇ ਇਲਮਾਂ ਨੂੰ ਜਾਣਨ ਵਾਲਾ। ਇਲਮ ਮੈਨੇ ਵਿਦਿਆ, ਜਿੰਨੀ ਦੁਨੀਆ ਦੀ ਵਿਦਿਆ ਹੈ, ਜਿੰਨਾ ਗਿਆਨ ਹੈ। ਇੱਕ ਬੰਦੇ ਨੂੰ 4 ਭਾਸ਼ਾ ਆਉਂਦੀਆਂ ਹੋਣਗੀਆਂ, ਪੰਜਾਬੀ ਜਾਣਦਾ ਹੈ, ਅੰਗਰੇਜ਼ੀ ਜਾਣਦਾ ਹੈ, ਹਿੰਦੀ ਜਾਣਦਾ ਹੈ, ਉਰਦੂ ਜਾਣਦਾ ਹੈ, ਫਾਰਸੀ ਜਾਣਦਾ, ਅਰਬੀ ਜਾਣਦਾ, ਪਰ ਦੁਨੀਆ ਦੀਆਂ ਸਾਰੀਆਂ ਬੋਲੀਆਂ ਇੱਕ ਬੰਦਾ ਨਹੀਂ ਜਾਣ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੰਨ ਲਓ ਜੇ ਬੋਲੀਆਂ ਥੋੜ੍ਹੀਆਂ ਥੋੜ੍ਹੀਆਂ ਸਿੱਖ ਵੀ ਜਾਵੇ ਦੁਨੀਆ ਦੀਆਂ, ਉਹਨਾਂ ਬੋਲੀਆਂ 'ਚ ਕਿੰਨੀਆਂ ਕਿਤਾਬਾਂ ਲਿਖੀਆਂ ਨੇ ਉਹ ਸਾਰੀਆਂ ਨਹੀਂ ਪੜ੍ਹ ਸਕਦਾ। ਕਿਸੇ ਵਿਦਵਾਨ ਨੇ ਦੱਸਿਆ ਸੀ ਕਿ 4 ਲੱਖ ਵਧੀਆ ਕਿਤਾਬ ਛਪਦੀ ਹੈ ਹਰ ਸਾਲ ਦੁਨੀਆ ਵਿੱਚ। ਵਧੀਆ ਕਿਤਾਬ, ਘਟੀਆ ਦਾ ਤਾਂ ਕੋਈ ਅੰਤ ਨਹੀਂ। ਵਧੀਆ ਕਿਤਾਬ ਜਿਹੜੀ ਚੰਗੀ, ਜਿਹਨੂੰ ਆਪਾਂ ਵਿਸ਼ਵ ਪੱਧਰ 'ਤੇ ਕਹਿ ਸਕਦੇ ਹਾਂ ਵੀ ਪੂਰੇ ਵਰਲਡ ਦੇ ਪੱਧਰ 'ਤੇ ਕੋਈ ਮੰਨਣਯੋਗ ਕਿਤਾਬ ਹੁੰਦੀ ਹੈ, ਹਰ ਸਾਲ 4-4 ਲੱਖ ਕਿਤਾਬਾਂ ਚੰਗੀਆਂ ਛਪਦੀਆਂ। ਕਿੰਨੀਆਂ ਕੁ ਪੜ੍ਹ ਲਓਗੇ? ਵਿਦਿਆ ਘਟੇ ਨਾ ਆਤ ਬਲ ਪਾਏ, ਪਰ ਪਰਮੇਸ਼ਰ ਸਾਰੀਆਂ ਪੜ੍ਹਿਆ ਹੋਇਆ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਕੋਲੋਂ ਕੋਈ ਕਿਤਾਬ ਨਹੀਂ ਛੁਪੀ ਹੋਈ ਵੀ ਉਹ 'ਚ ਕੀ ਲਿਖਿਆ ਕੀ ਨਹੀਂ ਲਿਖਿਆ, ਉਹ ਸਭ ਜਾਣਦਾ। ਸਨਾ ਸਿੰਧ ਇਲਮ ਆਲਮ ਖੁਦਾਏ। ਆਲਮ ਕਹਿੰਦੇ ਦੁਨੀਆ ਦੇ ਜਿੰਨੇ ਇਲਮ ਹਨ। ਆਲਮ ਕਹਿੰਦੇ ਦੁਨੀਆ ਨੂੰ, ਆਲਮ ਕਹਿੰਦੇ ਵਿਦਵਾਨ ਨੂੰ। ਆਲਮ ਦੇ 2 ਅਰਥ ਹਨ। ਆਲਮ ਦਾ ਇੱਕ ਅਰਥ ਹੈ ਦੁਨੀਆ, ਆਲਮ ਦਾ ਦੂਜਾ ਅਰਥ ਹੈ ਵਿਦਿਆ, ਵਿਦਵਾਨ। ਉਹ ਪਰਮਾਤਮਾ ਦੁਨੀਆ ਦੀਆਂ ਸਾਰੀਆਂ ਵਿਦਿਆ ਦਾ ਵਿਦਵਾਨ ਹੈ। ਉਹਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ ਨੇ, ਸਾਰੀਆਂ ਬੋਲੀਆਂ ਆਉਂਦੀਆਂ ਨੇ। ਔਰੰਗਜ਼ੇਬ, ਤੂੰ 4 ਅੱਖਰ ਪੜ੍ਹ ਕੇ ਬੜਾ ਸਿਆਣਾ ਬਣਿਆ ਫਿਰਦਾ ਹੈ। ਅਕਾਲ ਪੁਰਖ ਦੇ ਸਾਹਮਣੇ ਤੇਰੀ ਸਿਆਣਪ ਕੁਝ ਵੀ ਨਹੀਂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਬਹੁਤ ਵੱਡਾ ਵਿਦਵਾਨ ਹੈ। ਅਸੀਂ ਜਿੰਨੇ ਵਿਦਵਾਨ ਸੰਸਾਰ ਦੇ ਵਿੱਚ ਥੋੜ੍ਹਾ ਜਿਹਾ ਬੋਲਣ ਲੱਗ ਜਾਈਏ, ਥੋੜ੍ਹਾ ਜਿਹਾ ਪੜ੍ਹਨ ਲੱਗ ਜਾਈਏ, 10-20 ਕਿਤਾਬਾਂ ਜਿਹਨੂੰ ਆ ਜਾਣ ਪੜ੍ਹਨੀਆਂ, ਉਹ ਕਹਿੰਦਾ ਬਸ ਦੁਨੀਆ ਦੀ ਜਿਹੜੀ ਵਿਦਿਆ ਹੈ ਉਹ ਮੇਰੇ ਕੋਲ ਹੀ ਹੈ। ਮੇਰੇ ਤੋਂ ਵੱਡਾ ਅਜੇ ਤੱਕ ਕੋਈ ਵਿਦਵਾਨ ਨਹੀਂ ਪੈਦਾ ਹੋਇਆ, ਮੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ, ਮੇਰੇ ਤੋਂ ਵੱਡਾ ਕੋਈ ਸਮਝਦਾਰ ਨਹੀਂ। ਜਿਵੇਂ ਇੱਕ ਬੰਦੇ ਨੂੰ ਸੁੰਢ ਦੀ ਗੰਢੀ ਲੱਭ ਗਈ ਅਤੇ ਉਹ ਪਸਾਰੀ ਬਣ ਬੈਠਾ ਸੀ ਵੀ ਮੈਂ ਤਾਂ ਪਸਾਰੀ ਬਣ ਗਿਆ, ਮੈਨੂੰ ਤਾਂ ਬਹੁਤ ਵੱਡਾ। ਪਰ ਹੁਣ ਇਕੱਲੀ ਸੁੰਢ ਦੀ ਗੰਢੀ ਤਾਂ ਨਹੀਂ ਇਲਾਜ ਕਰ ਸਕਦੀ, ਹਜ਼ਾਰਾਂ ਦਵਾਈਆਂ ਹੋਰ ਵੀ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਥੋੜ੍ਹਾ ਜਿਹਾ ਸੀਮਤ ਜਿਹਾ ਗਿਆਨ ਹਮੇਸ਼ਾ ਝਗੜੇ ਖੜੇ ਕਰਦਾ ਹੈ। ਮੈਂ ਮਹਿਸੂਸ ਕੀਤਾ, ਵਿਦਵਾਨਾਂ ਨੇ ਵੀ ਇਹ ਮਹਿਸੂਸ ਕੀਤਾ ਹੈ, ਤੁਸੀਂ ਵੀ ਸਮਝੋਗੇ ਇਸ ਗੱਲ ਨੂੰ। ਜਿਹੜਾ ਬਿਲਕੁਲ ਨਹੀਂ ਪੜ੍ਹਿਆ ਉਹ ਚੁੱਪ ਕਰਕੇ ਬੈਠਾ, ਉਹ ਵਿਚਾਰਾ ਬੋਲਦਾ ਹੀ ਨਹੀਂ। ਜਿਹੜਾ ਬਹੁਤ ਪੜ੍ਹ ਚੁੱਕਾ ਹੈ, ਬਹੁਤ ਪੜ੍ਹ ਚੁੱਕਾ ਹੈ, ਉਹਨੂੰ ਇਸ ਅਖੀਰ 'ਤੇ ਸਮਝ ਆ ਜਾਂਦੀ ਹੈ ਵੀ ਮੈਂ ਅਜੇ ਕੁਝ ਪੜ੍ਹਿਆ ਨਹੀਂ। ਮਸਕੀਨ ਜੀ ਨੇ ਕਈ ਵਾਰੀ ਜ਼ਿਕਰ ਕੀਤਾ ਕਥਾ ਵਿੱਚ, ਤੁਸੀਂ ਸੁਣਿਆ ਹੋਣਾ ਇਹ ਬਚਨ। ਉਹ ਕਹਿੰਦੇ ਬਹੁਤੇ ਵੱਡੇ ਅਮੀਰ ਹੋਣ ਦਾ, ਪੈਸੇ ਵਾਲੇ ਹੋਣ ਦਾ ਇੱਕੋ ਹੀ ਲਾਭ ਹੈ ਕਿ ਬੰਦੇ ਨੂੰ ਆਪਣੇ ਅੰਦਰ ਦੀ ਭੁੱਖ ਦਾ ਪਤਾ ਲੱਗੇ ਵੀ ਮੈਂ ਅਰਬਾਂਪਤੀ ਬਣ ਗਿਆ, ਅਜੇ ਹੋਰ ਚਾਹੁੰਦਾ ਹਾਂ ਮੈਂ, ਇਹਦਾ ਮਤਲਬ ਮੈਂ ਬਹੁਤ ਗਰੀਬ ਹਾਂ। ਜੇ ਇਹ ਸਮਝ ਆ ਜਾਏ ਤਾਂ ਪੈਸੇ ਹੋਣ ਦਾ ਫਾਇਦਾ, ਜੇ ਇੰਨਾ ਗਿਆਨ ਹੋ ਜਾਏ ਤਾਂ ਅਮੀਰ ਹੋਣ ਦਾ ਫਾਇਦਾ। ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਮੁਲਤਾਨ ਦਾ ਕਿਲ੍ਹਾ ਫਤਿਹ ਕਰਕੇ ਆਏ, ਬੜੇ ਖਜ਼ਾਨੇ ਉੱਥੋਂ ਹੀਰੇ ਮੋਤੀਆਂ ਦੇ ਲਿਆਏ। ਜਦੋਂ ਕੋਈ ਕਬਜ਼ਾ ਕਰਦੇ ਕਿਸੇ 'ਤੇ, ਉੱਥੋਂ ਫਿਰ ਖਜ਼ਾਨੇ ਤਾਂ ਲੱਭਦੇ ਹੀ ਹੈ। ਰਿਆਸਤ ਵੱਡੀ ਸੀ ਮੁਲਤਾਨ ਦੀ। ਮਨ 'ਚ ਥੋੜ੍ਹਾ ਜਿਹਾ ਮਾਣ ਜਿਹਾ ਆਇਆ, ਮੈਂ ਮੁਲਤਾਨ ਫਤਿਹ ਕਰ ਲਿਆ। ਪਰ ਗੁਰਬਾਣੀ ਪੜ੍ਹਨ ਵਾਲੇ ਸਨ। ਉਸੇ ਵੇਲੇ ਅੰਦਰੋਂ ਤਾਰ ਖੜਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਜਾ ਕੇ ਆਪਣੇ ਮੂੰਹ 'ਤੇ ਚਪੇੜਾ ਮਾਰਨਾ। ਆਪ ਹੀ ਰੋਣ ਲੱਗ ਪਏ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਰੇ ਮੂੰਹ 'ਤੇ ਚਪੇੜਾ ਮਾਰੋ, ਮੈਂ ਕਿੰਨਾ ਮੂਰਖ ਹਾਂ। ਜਿੱਤ ਤੁਹਾਡੀ ਹੈ, ਵਡਿਆਈ ਤੁਹਾਡੀ ਹੈ, ਅਤੇ ਮੈਂ ਆਪਣੀ ਸਮਝੀ ਬੈਠਾ, ਮੈਂ ਤਾਂ ਕੀੜਾ।
ਵੱਡੇ ਬਾਦਸ਼ਾਹ ਹੋਣ ਦਾ, ਵੱਡੇ ਅਮੀਰ ਹੋਣ ਦਾ, ਸ਼ਾਹੂਕਾਰ ਹੋਣ ਦਾ ਇਹ ਫਾਇਦਾ ਹੈ ਕਿ ਬੰਦੇ ਨੂੰ ਆਪਣੇ ਅੰਦਰ ਦੀ ਗਰੀਬੀ ਦਾ, ਭੁੱਖ ਦਾ ਪਤਾ ਲੱਗੇ ਕਿ ਮੈਂ ਕੁਝ ਵੀ ਨਹੀਂ, ਅਜੇ ਮੈਂ ਤਾਂ ਭੁੱਖਾ ਹੀ ਹਾਂ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਹਾੜ, ਜੇ ਪੁਰੀਆਂ ਦੇ ਪਹਾੜ ਵੀ ਬੰਨ੍ਹ ਲਵਾਂਗਾ ਤਾਂ ਮੇਰੀ ਅੰਦਰ ਦੀ ਭੁੱਖ ਤਾਂ ਨਹੀਂ ਨਾ ਖਤਮ ਹੋਣੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੈ ਬਹੁਤੇ ਵਿਦਵਾਨ ਹੋਣ ਦਾ ਅਖੀਰ ਇਹ ਹੈ, ਬਹੁਤੀ ਵਿੱਦਿਆ ਪੜ੍ਹਨ ਦਾ ਇਹ ਲਾਭ ਹੈ ਕਿ ਪਤਾ ਲੱਗੇ ਕਿ ਅਜੇ ਮੈਂ ਕੁਝ ਵੀ ਨਹੀਂ ਪੜ੍ਹਿਆ, ਬੜਾ ਕੁਝ ਪਿਆ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਫੀਲਡ ਵਿੱਚ ਵੜਦੇ ਹੋ ਨਾ, ਉਹਦੇ ਨੌਲੇਜ ਵੱਧਦੀ ਹੈ। ਕਿਤਾਬਾਂ ਦੇ, ਗ੍ਰੰਥਾਂ ਦੇ, ਵਿੱਦਿਆ ਦੇ ਜਦੋਂ ਵਿੱਚ ਪ੍ਰਵੇਸ਼ ਕਰੀਦਾ, ਫਿਰ ਪਤਾ ਲੱਗਦਾ ਅਜੇ ਬੜਾ ਕੁਝ ਪਿਆ, ਅਜੇ ਤਾਂ ਇੱਕ ਕਦਮ ਵੀ ਨਹੀਂ ਅਸੀਂ ਤੁਰੇ। ਪਰ ਹਮੇਸ਼ਾ ਲੜਾਈ ਕੌਣ ਕਰਦੇ ਨੇ? ਅੱਧ ਪੜ੍ਹ। ਦੁਨੀਆ ਦੇ ਜਿੰਨੇ ਝਗੜੇ ਨੇ ਉਹ ਅਨਪੜ੍ਹਾਂ ਨੇ ਨਹੀਂ ਸ਼ੁਰੂ ਕੀਤੇ, ਤੇ ਪੜ੍ਹੇ ਲਿਖਿਆਂ ਨੇ ਤਾਂ ਕਰਨੇ ਹੀ ਕੀ ਨੇ, ਉਹ ਤਾਂ ਪੜ੍ਹੇ ਲਿਖੇ ਨੇ। ਝਗੜੇ ਸਾਰੇ ਅੱਧ ਪੜ੍ਹ ਕਰਦੇ ਨੇ। ਅੱਧਾ ਪੜ੍ਹਨਾ, ਲਿਟਲ ਨੌਲੇਜ, ਥੋੜ੍ਹਾ ਜਿਹਾ ਗਿਆਨ ਹੋ ਜਾਣਾ ਤੇ ਜ਼ਿਆਦਾ ਸਮਝ ਲੈਣਾ, ਉੱਥੇ ਹੁੰਦੀ ਹੈ ਲੜਾਈ, ਉੱਥੇ ਹੁੰਦਾ ਝਗੜਾ। ਉਹ ਕਹਿੰਦਾ ਜੋ ਮੈਂ ਸੁਣਿਆ, ਜੋ ਮੈਂ ਪੜ੍ਹਿਆ, ਜੋ ਮੈਂ ਸਮਝਿਆ, ਉਸ ਤੋਂ ਅੱਗੇ ਗਿਆਨ ਨਹੀਂ, ਇਹ ਸਭ ਦੁਨੀਆ ਗਲਤ ਹੈ, ਮੈਂ ਠੀਕ ਹਾਂ। ਗੁਰੂ ਸਾਹਿਬ ਕਹਿੰਦੇ ਔਰੰਗਜ਼ੇਬ ਇਹ ਤੇਰਾ ਭੁਲੇਖਾ ਹੈ। ਉਹ ਅਕਾਲ ਪੁਰਖ ਇਲਮ ਦਾ ਖਜ਼ਾਨਾ ਹੈ, ਉਹ ਸਾਰੀ ਵਿੱਦਿਆ ਜਾਣਦਾ, ਤੂੰ ਅਜੇ ਕੁਛ ਵੀ ਨਹੀਂ ਜਾਣਦਾ। ਔਰੰਗਜ਼ੇਬ ਦਾ ਗਿਆਨ ਇਹ ਕਹਿੰਦਾ ਸੀ ਸਾਰੀ ਦੁਨੀਆ ਮੁਸਲਮਾਨ ਬਣ ਜਾਏ, ਜੰਨਤ ਨੂੰ ਚਲੀ ਜਾਏਗੀ। ਇਹੀ ਗਿਆਨ ਸੀ, ਹੋਰ ਕੀ ਸੀ। ਮਹਾਰਾਜ ਕਹਿੰਦੇ ਤੇਰੇ ਘਰ ਦੇ ਵਿੱਚ ਕਲਾ ਕਲੇਸ਼, ਭਰਾ ਤੇ ਤੂੰ ਮਾਰਤੇ, ਪਿਓ ਤੂੰ ਮਾਰਤਾ, ਉਹ ਸਾਰੇ ਜੰਨਤ ਚਲੇ ਗਏ? ਇਹ ਗੱਲ ਨਹੀਂ ਹੈ। ਹਾਂਜੀ, ਕੁਸ਼ਾਇੰਦ ਹੈ ਕਾਰ ਆਲਮ ਕੁਸ਼ਾਏ। ਉਹ ਪਰਮਾਤਮਾ ਦੁਨੀਆ ਦੇ ਹਰ ਕੰਮ ਨੂੰ ਸੌਖਾ ਕਰਨ ਵਾਲਾ ਹੈ। ਕੁਸ਼ਾਇੰਦ ਹੈ, ਕੋਈ ਕੰਮ ਔਖਾ ਹੋਵੇ, ਨਾ ਹੁੰਦਾ ਹੋਵੇ, ਆਪਾਂ ਉਹਨੂੰ ਸੌਖਾ ਕਰਨ ਲਈ ਹੀਲਾ ਕਰਦੇ ਹਾਂ। ਮਹਾਰਾਜ ਕਹਿੰਦੇ ਸਾਰੇ ਕੰਮ ਸੌਖੇ ਹੋ ਜਾਣੇ, ਉਹਦੇ ਅੱਗੇ ਅਰਦਾਸ ਕਰ ਦਿਓ, ਉਹਦੀ ਦਇਆ ਹੋ ਜਾਵੇ, ਉਹਦੀ ਨਿਗਾਹ ਹੋ ਜਾਵੇ। ਸਾਧ ਸੰਗਤ ਜੀ, ਸਿਆਣੇ ਸਮਝਦਾਰ ਬੰਦੇ, ਭਾਵੇਂ ਉਹ ਡਾਕਟਰ ਹਨ, ਭਾਵੇਂ ਉਹ ਇੰਜੀਨੀਅਰ ਹਨ, ਭਾਵੇਂ ਵਕੀਲ ਹਨ, ਉਹ ਇਹ ਰਾਏ ਦੇਣਗੇ ਵੀ ਸਾਡਾ ਕੰਮ ਕਰਨਾ, ਸਫਲਤਾ ਪਰਮੇਸ਼ਰ ਨੇ ਦੇਣੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਕੰਮ ਕਰ ਰਹੇ ਹਾਂ, ਜੇ ਵਾਹਿਗੁਰੂ ਨੂੰ ਭਾਇਆ ਤਾਂ ਸਫਲ ਹੋਵੇਗਾ। ਕੋਈ ਵੀ ਕੰਮ ਹੈ ਉਹਨੂੰ ਸੌਖਿਆਂ ਸਫਲ ਕਰਨ ਵਾਲਾ ਪਰਮੇਸ਼ਰ ਹੈ। ਕੁਸ਼ਾਏ ਇੰਦੇ ਕਾਰ ਆਲਮ ਕੁਸ਼ਾਏ, ਦੁਨੀਆ ਦੇ ਸਾਰੇ ਕੰਮ ਸੌਖੇ ਕਰਨ ਵਾਲਾ ਇੱਕੋ ਪਰਮੇਸ਼ਰ ਹੈ। ਗੁਜਾਰਿੰਦ ਹੈ ਕਾਰ ਆਲਮ ਕਬੀਰਾ। ਉਹ ਪਰਮਾਤਮਾ ਇਸ ਕੁੱਲ ਆਲਮ ਦੀ, ਦੁਨੀਆ ਦੀ ਕਿਰਿਆ ਨੂੰ ਚਲਾਉਣ ਵਾਲਾ ਹੈ। ਕੰਮ ਕੌਣ ਚਲਾ ਰਿਹਾ? ਸਾਡੇ ਘਰਾਂ 'ਚ ਰੋਟੀ ਪੱਕਦੀ ਹੈ ਵਾਹਿਗੁਰੂ ਦੀ ਕਿਰਪਾ ਨਾਲ। ਸਾਡੇ ਸਰੀਰ ਦਾ ਸਿਸਟਮ ਚੱਲਦਾ ਵਾਹਿਗੁਰੂ ਦੀ ਕਿਰਪਾ ਨਾਲ। ਅੱਖਾਂ ਦੇਖਦੀਆਂ ਨੇ ਵਾਹਿਗੁਰੂ ਦੀ ਜੋਤ ਨਾਲ, ਕੰਨ ਸੁਣਦੇ ਨੇ ਵਾਹਿਗੁਰੂ ਦੀ ਜੋਤ ਨਾਲ, ਹੱਥ ਪਕੜਦੇ ਨੇ ਵਾਹਿਗੁਰੂ ਦੀ ਜੋਤ ਨਾਲ, ਪੈਰ ਤੁਰਦੇ ਨੇ ਵਾਹਿਗੁਰੂ ਦੀ ਜੋਤ ਨਾਲ। ਜਿੰਨੇ ਵਪਾਰ ਵਿਹਾਰ, ਆਉਣ ਜਾਣ, ਲੈਣ ਦੇਣ ਦੇ ਜਿੰਨੇ ਵਿਹਾਰ ਚੱਲਦੇ ਨੇ, ਸਭ ਉਹਦੀ ਕਿਰਪਾ ਨਾਲ ਚੱਲਦੇ। ਸਾਰੇ ਕੰਮ ਚਲਾਉਣ ਵਾਲਾ ਹੈ ਔਰੰਗਜ਼ੇਬ, ਮੇਰਾ ਵਾਹਿਗੁਰੂ ਹੈ, ਮੇਰਾ ਪਰਮੇਸ਼ਰ ਹੈ, ਉਹ ਮੇਰਾ ਖੁਦਾਬੰਦ ਹੈ। ਸੰਦਾਸੰਦ ਹੈ ਇਲਮ ਆਲਮ ਅਮੀਰ। ਉਹ ਪਰਮਾਤਮਾ ਸਾਰੇ ਇਲਮਾਂ ਨੂੰ ਪਛਾਣਨ ਵਾਲਾ, ਜਾਣਨ ਵਾਲਾ, ਸਭ ਤੋਂ ਵੱਡਾ। ਕਬੀਰ ਦਾ ਮਤਲਬ ਹੁੰਦਾ ਵੱਡਾ। ਹੱਕਾ ਕਬੀਰ ਕਰੀਮ ਤੋਂ ਬੇਅੈਬ ਪਰਵਤਗਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ, ਹੱਕਾ ਕਬੀਰ ਕਰੀਮ ਤੂੰ। ਕਬੀਰ ਦਾ ਅਰਥ ਹੈ ਵੱਡਾ, ਸਭ ਤੋਂ ਵੱਡਾ ਉਹ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਇਹ ਹਨ 12 ਬੈਂਤ, 12 ਸ਼ੇਅਰ ਜਿਹੜੇ ਕਲਗੀਆਂ ਵਾਲੇ ਪਿਤਾ ਜੀ ਨੇ ਜ਼ਫਰਨਾਮੇ ਦੀ ਭੂਮਿਕਾ 'ਚ ਲਿਖੇ ਹਨ। ਇੱਥੋਂ ਤੱਕ ਉਹਨਾਂ ਨੇ ਪਰਮਾਤਮਾ ਦੇ ਗੁਣ ਦੱਸੇ ਹਨ। ਹੁਣ ਮਹਾਰਾਜ ਦਾਸਤਾਨ ਬਿਆਨ ਕਰਦੇ, ਸੁਣੋ ਜੀ।
ਦਾਸਤਾਨ ਹਿਕਾਇਤ ਪਹਿਲੀ। ਮਹਾਰਾਜ ਦਾਸਤਾਨ ਲਿਖਦੇ। ਦਾਸਤਾਨ ਦਾ ਮਤਲਬ ਹੁੰਦਾ ਕਹਾਣੀ, ਸੱਚੀ ਕਹਾਣੀ ਜਿਹੜੀ ਵਾਪਰੀ ਹੋਵੇ ਉਹਨੂੰ ਕਹਿੰਦੇ ਦਾਸਤਾਨ। ਆਪਣੀ ਦਾਸਤਾਨ ਸੁਣਾਉਣ ਲੱਗੇ ਔਰੰਗਜ਼ੇਬ ਨੂੰ, ਜੋ ਉਸਨੇ ਕੀਤਾ ਸੀ ਉਹਦਾ ਮਹਾਰਾਜ ਖੁਲਾਸਾ ਕਰਨ ਲੱਗੇ ਹੈ। ਸੁਣੋ। ਹਾਂਜੀ। ਮਰਾ ਇਤਬਾਰੇ ਬਰੀ ਕਸਮ ਲੈ ਸਤ। ਮਹਾਰਾਜ ਕਹਿੰਦੇ ਮਰਾ ਇਤਬਾਰੇ ਬਰੀ ਕਸਮ ਨੇ। ਐ ਔਰੰਗਜ਼ੇਬ, ਮੈਨੂੰ ਤੇਰੀਆਂ ਕਸਮਾਂ ਤੇ ਰੱਤੀ ਜਿੰਨਾ ਵੀ ਇਤਬਾਰ ਨਹੀਂ, ਮੈਨੂੰ ਰਾਈ ਜਿੰਨਾ ਵੀ ਇਤਬਾਰ ਨਹੀਂ, ਮੈਨੂੰ ਇੱਕ ਸਰੋਂ ਦੇ ਦਾਣੇ ਜਿੰਨਾ ਵੀ ਤੇਰੇ ਤੇ ਇਤਬਾਰ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਨੂੰ ਕੋਈ ਇਤਬਾਰ। ਜੇ ਤੂੰ ਕਿਤੇ ਸਮਝਦਾ ਹੋਵੇਂ ਵੀ ਗੁਰੂ ਗੋਬਿੰਦ ਸਿੰਘ ਭੁਲੇਖੇ 'ਚ ਪੈ ਗਿਆ, ਭੁਲੇਖੇ 'ਚ ਨਹੀਂ ਅਸੀਂ ਪਏ। ਸਾਨੂੰ ਪਤਾ ਹੈ ਕਿ ਤੇਰੇ ਵਰਗੇ ਚਲਾਕ ਬੰਦੇ ਪਹਿਲਾਂ ਲੋਕਾਂ ਨਾਲ ਚਲਾਕੀ ਕਰਦੇ ਆ, ਪਿੱਛੋਂ ਮਜ਼ਾਕ ਉਡਾਉਂਦੇ ਆ। ਦੇਖਿਆ ਅਸੀਂ ਤਾਂ ਜੀ ਐਵੇਂ ਉਹਨੂੰ ਬੁੱਧੂ ਬਣਾਤਾ ਫਲਾਣੇ ਬੰਦੇ ਨੂੰ। ਮਹਾਰਾਜ ਕਹਿੰਦੇ ਨਹੀਂ। ਗੁਰੂ ਸਾਹਿਬ ਜਦੋਂ ਕਿਲ੍ਹਾ ਛੱਡਿਆ ਨਾ, ਉਸ ਤੋਂ ਪਹਿਲਾਂ ਖਾਲਸੇ ਨੂੰ ਕਹਿ ਦਿੱਤਾ ਸੀ ਕਿ ਖਾਲਸਾ ਜੀ, ਇਹਨਾਂ ਦੀਆਂ ਕਸਮਾਂ ਤੇ ਸਾਨੂੰ ਕੋਈ ਇਤਬਾਰ ਨਹੀਂ। ਤੁਸੀਂ ਬਾਰ-ਬਾਰ ਕਹਿ ਰਹੇ ਹੋ, ਮਾਤਾ ਜੀ ਕਹਿ ਰਹੇ ਨੇ ਅਸੀਂ ਕਿਲ੍ਹਾ ਛੱਡਣ ਲੱਗੇ ਹਾਂ, ਜ਼ਿੰਮੇਵਾਰੀ ਤੁਹਾਡੀ ਹੋਏਗੀ, ਸਾਡੀ ਨਹੀਂ ਹੋਏਗੀ। ਗੁਰੂ ਸਰਬੱਗ ਹੈ, ਉਹਨੂੰ ਕੌਣ ਭੁਲੇਖਾ ਪਾ ਸਕਦਾ? ਜੇ ਗੁਰੂ ਨੂੰ ਭੁਲੇਖਾ ਪੈ ਗਿਆ ਤੇ ਫਿਰ ਗੁਰੂ ਵਿੱਚ ਤੇ ਸਾਡੇ 'ਚ ਫਰਕ ਕੀ ਹੋਇਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਮੈਨੂੰ ਕੋਈ ਇਤਬਾਰ ਨਹੀਂ। ਮਰਾ ਇਤਬਾਰੇ ਬਰੀ ਕਸਮ। ਕਸਮ ਤੇਰੀਆਂ ਸੌਹਾਂ ਤੇ। ਕਸਮਾਂ ਖਾਧੀਆਂ ਸੀ ਔਰੰਗਜ਼ੇਬ ਨੇ। ਕੁਰਾਨ ਦੀ ਪਹਿਲੀ ਜਿਲਦ ਜਿਹੜੀ ਹੁੰਦੀ ਹੈ ਨਾ, ਕੁਰਾਨ ਪੋਥੀ ਕੋਈ ਵੀ ਹੋਵੇ, ਉਹਦੇ ਉੱਤੇ 2-4 ਪੰਨੇ ਛੱਡੇ ਹੁੰਦੇ ਆ ਜਿਲਦ ਦੇ ਨਾਲ, ਹਾਸ਼ੀਏ ਦੇ ਨਾਲ। ਉਸ ਹਾਸ਼ੀਏ ਦੇ ਉੱਤੇ, ਉਸ ਜਿਲਦ ਦੇ ਪਹਿਲੇ ਪੰਨੇ ਤੇ ਔਰੰਗਜ਼ੇਬ ਨੇ ਚਿੱਠੀ ਲਿਖੀ ਸੀ ਕੁਰਾਨ ਦੇ। ਉਸ ਵੇਲੇ ਰਿਵਾਜ ਸੀ, ਬਹੁਤ ਪੇਚੀਦਾ ਮਸਲਾ ਹੋਵੇ, ਕੋਈ ਖ਼ਾਸ ਮਸਲਾ ਹੋਵੇ, ਉਦੋਂ ਫਿਰ ਜਿਹੜੀ ਚਿੱਠੀ ਸੰਧੀ ਦੀ ਜਾਂ ਕੋਈ ਸੁਲ੍ਹਾ ਦੀ ਜਾਂ ਕੋਈ ਆਪਸ ਵਿੱਚ ਤਾਲਮੇਲ ਦੀ ਗੱਲ ਹੁੰਦੀ ਸੀ, ਉਹ ਉਸ ਕੁਰਾਨ ਦੇ ਉੱਤੇ ਲਿਖੀ ਜਾਂਦੀ ਸੀ ਵੀ ਅਸੀਂ ਕੁਰਾਨ ਦੇ ਉੱਤੇ ਲਿਖ ਰਹੇ ਹਾਂ, ਇੱਥੋਂ ਅਸੀਂ ਪਿੱਛੇ ਨਹੀਂ ਹਟ ਸਕਦੇ। ਸਾਨੂੰ ਕੁਰਾਨ ਦੀ ਕਸਮ ਹੈ, ਕਸਮੇ ਕੁਰਾਨ, ਕੁਰਾਨ ਦੀ ਕਸਮ ਹੈ ਕਿ ਅੱਜ ਜੋ ਅਸੀਂ ਕਹਿ ਰਹੇ ਹਾਂ ਮਰ ਜਾਵਾਂਗੇ ਪਰ ਉਸ ਤੋਂ ਪਿੱਛੇ ਨਹੀਂ ਹਟਾਂਗੇ। ਔਰੰਗਜ਼ੇਬ ਦੀ ਉਹ ਕੁਰਾਨ ਸਤਿਗੁਰਾਂ ਨੇ ਕਮਰ ਕਸੇ 'ਚ ਰੱਖੀ ਆ, ਅਜੇ ਵੀ ਹੈ ਕਿ ਚੱਲ ਕੇ ਲਿਖਣਗੇ। ਮੇਰੇ ਕੋਲ ਪਈ ਹੈ, ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਸਾਂਭ ਕੇ ਰੱਖੀ ਹੈ ਤੇਰੀ ਲਿਖਤ। ਸਭ ਕੁਝ ਖਤਮ ਹੋ ਗਿਆ ਪਰ ਬਾਦਸ਼ਾਹ ਦੀ ਚਿੱਠੀ ਉਹ ਕੁਰਾਨ 'ਤੇ ਲਿਖੀ ਹੋਈ ਸਾਂਭੀ ਹੋਈ ਸੀ। ਕਿਉਂ? ਕੱਲ੍ਹ ਨੂੰ ਦਿਖਾਉਣਾ ਪਏਗਾ ਸਬੂਤ, ਬਈ ਕੁਝ ਐਵੇਂ ਨਾ ਕਹਿ ਦੇਵੇ ਵੀ ਬਾਦਸ਼ਾਹ ਨੇ ਕੋਈ ਨਹੀਂ ਕਸਮ ਖਾਧੀ, ਮੁੱਕਰ ਨਾ ਜਾਣ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਾ ਇਤਬਾਰੇ, ਮੈਨੂੰ ਤੇਰੀਆਂ ਕਸਮਾਂ ਤੇ ਕੋਈ ਇਤਬਾਰ ਨਹੀਂ, ਬਿਲਕੁਲ ਕੋਈ ਇਤਬਾਰ ਨਹੀਂ ਹੈ। ਕਿ ਇਜਦ ਗਵਾਸਤ ਯਜਦਾ ਯਾ ਕੇਸ਼ਤ। ਜੋ ਤੂੰ ਕਿਹਾ ਸੀ ਕੁਰਾਨ ਦੀ ਕਸਮ ਖਾ ਕੇ ਕਿ ਐ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਔਰ ਮੇਰੇ 'ਚ ਖੁਦਾ ਗਵਾਹ ਹੈ, ਅੱਲਾਹ ਤਾਲਾ ਗਵਾਹ ਹੈ, ਜਾਮਨ ਹੈ, ਮੈਂ ਤੁਹਾਡਾ ਰਸਤਾ ਨਹੀਂ ਰੋਕਾਂਗਾ, ਮੇਰੀਆਂ ਫੌਜਾਂ ਤੁਹਾਡਾ ਰਸਤਾ ਨਹੀਂ ਰੋਕਣਗੀਆਂ। ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਦਿਓ, ਜਿੱਧਰ ਤੁਹਾਡਾ ਜੀਅ ਕਰਦਾ ਚਲੇ ਜਾਓ, ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ। 6 ਮਹੀਨੇ ਸਾਲ ਬਾਅਦ ਤੁਸੀਂ ਵਾਪਸ ਜੇ ਅਨੰਦਪੁਰ ਆਉਣਾ ਚਾਹੋ ਤਾਂ ਵੀ ਤੁਹਾਨੂੰ ਨਹੀਂ ਰੋਕਾਂਗੇ। ਇੱਕ ਵਾਰੀ ਇਹ ਲੜਾਈ ਦਾ ਪਾਸਾ ਬਦਲ ਦਿਓ, ਤੁਸੀਂ ਕਿਲ੍ਹਾ ਛੱਡ ਕੇ ਚਲੇ ਜਾਓ ਅਨੰਦਪੁਰ ਸਾਹਿਬ ਦਾ, ਲੜਾਈ ਟਲ ਜਾਵੇ, ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ, ਤੁਹਾਡੇ ਸਾਡੇ 'ਚ ਖੁਦਾ ਜਾਮਨ ਹੈ ਕਿ ਇੱਜ਼ਤ ਗਵਾਸਤ। ਇੱਜ਼ਤ ਕਹਿੰਦੇ ਇੱਕ ਪਰਮਾਤਮਾ ਨੂੰ, ਯਕ ਖੁਦਾ ਇੱਕ ਪਰਮਾਤਮਾ ਗਵਾਹ ਹੈ, ਤੁਹਾਡੇ ਮੇਰੇ ਵਿੱਚ ਰੱਬ ਦੀ ਜਾਮਨੀ ਹੈ। ਜੱਜਦਾ ਜਕੇਸ ਜਿਹੜਾ ਇੱਕ ਪਰਮਾਤਮਾ, ਉਹ ਤੁਹਾਨੂੰ ਵੀ ਦੇਖ ਰਿਹਾ, ਮੈਨੂੰ ਵੀ ਦੇਖ ਰਿਹਾ। ਜੇ ਮੈਂ ਆਪਣੇ ਕੀਤੇ ਤੋਂ ਮੁੱਕਰਾਂ ਤੇ ਖੁਦਾ ਦੇਖਦਾ, ਜੇ ਤੁਸੀਂ ਕੋਈ ਮੇਰੇ ਨਾਲ ਧੋਖਾ ਕਰੋ ਤਾਂ ਵੀ ਖੁਦਾ ਦੇਖਦਾ। ਸਾਂਝੀ ਕਸਮ ਹੁੰਦੀ ਹੈ, ਖੁਦਾ ਦੇਖਦਾ, ਖੁਦਾ ਜਾਮਨ ਹੈ। ਇਹ ਗੱਲ ਔਰੰਗਜ਼ੇਬ ਤੂੰ ਲਿਖ ਕੇ ਭੇਜੀ ਸੀ, ਪਰ ਤੇਰੀ ਉਹ ਗੱਲ ਝੂਠੀ ਨਿਕਲੀ। ਆਖੋ ਸਤਿਨਾਮ।
ਉਹ ਇਤਬਾਰਯੋਗ ਨਹੀਂ ਨਿਕਲੀ। ਉਹ ਤੂੰ ਕਿਹਾ ਸੀ ਵੀ ਖੁਦਾ ਦੇਖਦਾ, ਕੁਝ ਨਹੀਂ ਹੋਵੇਗਾ, ਤੁਹਾਡਾ ਰਾਹ ਨਹੀਂ ਰੋਕਾਂਗੇ, ਸਾਰਾ ਕੁਝ ਹੋਇਆ। ਹੁਣ ਅੱਗੇ ਮਹਾਰਾਜ ਲਿਖਣ ਲੱਗੇ ਕੀ ਕੀ ਹੋਇਆ। ਹਾਂਜੀ। ਨੈ ਕਤਰੈ ਮਰਾ ਇਤਬਾਰੇ ਬਰਵਸਤ। ਨਾ ਕਤਰਾ ਮਰੈ, ਮੈਨੂੰ ਕਤਰਾ ਜਿੰਨਾ, ਪੰਜਾਬੀ 'ਚ ਵੀ ਅੱਜ ਕੱਲ੍ਹ ਕਤਰਾ ਸ਼ਬਦ ਵਰਤ ਲੈਂਦੇ ਹਾਂ ਆਪਾਂ, ਪਰ ਹੈ ਇਹ ਫਾਰਸੀ 'ਚੋਂ ਆਇਆ। ਕਤਰਾ ਥੋੜ੍ਹਾ ਜਿਹਾ, ਬੂੰਦ ਜਿੰਨਾ, ਥੋੜ੍ਹਾ ਜਿਹਾ ਦਾਣੇ ਜਿੰਨਾ, ਚੁਟਕੀ ਜਿੰਨਾ, ਚੁੰਡੀ ਜਿੰਨਾ, ਉਹਨੂੰ ਕਹਿੰਦੇ ਕਤਰਾ, ਕਿਣਕਾ, ਥੋੜ੍ਹਾ ਜਿਹਾ। ਐ ਔਰੰਗਜ਼ੇਬ ਤੇਰੀਆਂ ਕਸਮਾਂ ਤੇ ਮੈਨੂੰ ਕਤਰਾ ਵੀ ਇਤਬਾਰ ਨਹੀਂ। ਫਿਰ ਕਹਿੰਦੇ ਉਹੀ ਗੱਲ, ਨਾ ਕਤਰਾ ਹੈ ਮਰਾ ਐਤਬਾਰੇ, ਐਤਬਾਰ ਮੈਨੇ ਭਰੋਸਾ, ਵਿਸ਼ਵਾਸ, ਮੈਂ ਨਹੀਂ ਬਲੀਵ ਕਰਦਾ ਤੇਰੀਆਂ ਕਸਮਾਂ ਉੱਤੇ। ਕੇ ਬਖਸ਼ੀ ਵੈ ਦੀਵਾ ਹਮਾ ਕਿਜਮ ਗੋਅਸਤ। ਤੇਰਾ ਸਾਰਾ ਅਮਲਾ, ਤੇਰਾ ਸਾਰਾ ਛਟਾਪ ਝੂਠ ਬੋਲਣ ਵਾਲਾ ਹੈ। ਕਿ ਬਖਸ਼ੀ ਵਾ ਦੀਵਾ, ਬਖਸ਼ੀ ਔਰ ਦੀਵਾਨ, ਅੱਜ ਕੱਲ੍ਹ ਜਿਵੇਂ ਹੁੰਦੇ ਨੇ ਅਫੀਸਰ ਹੁੰਦੇ ਨੇ, ਕਿਸੇ ਨੂੰ ਕਹਿੰਦੇ DC, ਕਿਸੇ ਨੂੰ ਕਹਿੰਦੇ IG, ਕਿਸੇ ਨੂੰ IS ਅਫਸਰ ਹੁੰਦਾ, ਕੋਈ IPS ਅਫਸਰ ਹੁੰਦਾ। ਉਦੋਂ ਇਹ ਹੁੰਦੇ ਸੀ ਮਲੂਕ, ਖਾਨ ਬਹਾਦਰ, ਖਾਨ ਸਾਹਿਬ, ਮਲਾਇਕ, ਸ਼ੇਖ, ਕਾਜ਼ੀ ਔਰ ਬਖਸ਼ੀ ਔਰ ਦੀਵਾਨ। ਮਹਾਰਾਜ ਕਹਿੰਦੇ ਤੇਰੇ ਦਰਬਾਰ 'ਚ ਕੀ ਵੱਡੇ ਤੇ ਕੀ ਛੋਟੇ, ਕੀ ਵੱਡੇ ਸੂਬੇਦਾਰ, ਜਰਨਲ, ਕਰਨਲ ਤੇ ਕੀ ਛੋਟੇ ਛੋਟੇ ਸਿਪਾਹੀ, ਤੇਰੇ ਬਖਸ਼ੀ ਔਰ ਦੀਵਾਨ ਸਾਰੇ ਕਿਜ਼ਬ ਗੋਸਤ। ਕਿਜ਼ਬ ਕਹਿੰਦੇ ਝੂਠ ਬੋਲਣ ਵਾਲੇ, ਸਾਰੇ ਝੂਠ ਦੇ ਪਲੰਦੇ ਘੜੀ ਜਾਂਦੇ ਆ, ਝੂਠੀਆਂ ਕਸਮਾਂ ਫਟਾਫਟ ਖਾਈ ਜਾਂਦੇ ਆ। ਨਾ ਰੱਬ ਦਾ ਡਰ, ਨਾ ਧਰਮ ਦਾ ਡਰ, ਨਾ ਪੈਗੰਬਰ ਦਾ ਡਰ, ਨਾ ਕੁਰਾਨ ਦਾ ਡਰ, ਨਾ ਇਨਸਾਨੀਅਤ ਦਾ ਡਰ, ਨਾ ਸਮਾਜ ਦਾ ਡਰ ਵੀ ਕੀ ਜਵਾਬ ਦਿਆਂਗੇ। ਕੋਈ ਸ਼ਰਮ ਹੀ ਕੋਈ ਨਹੀਂ, ਸ਼ਰਮ ਲਾਈ ਹੋਈ ਹੈ। ਦਿਨੋਂ ਦਿਨ ਜ਼ੋਰ ਲਾ ਕੇ ਝੂਠ ਬੋਲਦੇ ਕਿ ਬਖਸ਼ੀ ਵਾ ਦੀਵਾਨ ਹਮਾਂ ਕਿਜ਼ਬ ਗੋਸਤ, ਕਿ ਬਖਸ਼ੀ ਔਰ ਦੀਵਾਨ ਸਾਰੇ ਹੀ ਝੂਠ ਬੋਲਣ ਵਾਲੇ। ਫਿਰ ਤੇਰੀਆਂ ਕਸਮਾਂ 'ਤੇ ਕੀ ਇਤਬਾਰ ਕਰੀਏ? ਜਿਹੜਾ ਤੇਰਾ ਅਮਲਾ ਉਹ ਵੀ ਝੂਠਾ, ਤੂੰ ਆਪ ਝੂਠਾ, ਤੇਰੀ ਲਿਖਤ ਸਾਡੇ ਕੋਲ ਹੈ ਉਹ ਵੀ ਤੂੰ ਮੁੱਕਰ ਗਿਆ। ਤੇਰੇ ਦਰਬਾਰ 'ਚ ਵੀ ਕੋਈ ਚੰਗਾ ਬੰਦਾ ਨਹੀਂ ਨਿਕਲਿਆ ਜਿਹੜਾ ਕਹਿ ਦੇਵੇ ਵੀ ਬਾਦਸ਼ਾਹ ਇੰਝ ਨਾ ਕਰੀਏ। ਸਾਰੇ ਹਾਂਜੀ ਹਾਂਜੀ ਤੇਰੀ ਝੂਠ ਦੇ ਵਿੱਚ ਹੀ ਮਲਾਈ ਜਾਂਦੇ ਆ। ਹਾਂਜੀ। ਕਸੇ ਕੌਲ ਕੁਰਵਾ ਕੋ ਨੰਦ ਇਤਬਾਰ। ਮਹਾਰਾਜ ਕਹਿੰਦੇ ਕਸੇ ਕੌਲ ਕੁਰਾਨ, ਜਿਹੜਾ ਕੋਈ ਬੰਦਾ ਤੁਹਾਡੀ ਕੁਰਾਨ ਦੇ ਉੱਤੇ, ਤੁਹਾਡੀ ਸਹੁੰ ਦੇ ਉੱਤੇ ਇਤਬਾਰ ਕਰੇ। ਕੁਰਾਨ ਨੂੰ ਨਹੀਂ ਮਾੜਾ ਕਹਿ ਰਹੇ, ਜੇ ਕੁਰਾਨ ਦੀ ਸਹੁੰ ਜਿਹੜੀ ਤੁਸੀਂ ਖਾਧੀ ਹੈ ਉਹਨੂੰ ਕਹਿ ਰਹੇ ਆ ਮਹਾਰਾਜ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੁਰਾਨ ਤਾਂ ਪਵਿੱਤਰ ਗ੍ਰੰਥ ਹੈ, ਪਰ ਕੁਰਾਨ ਦੀ ਪਵਿੱਤਰਤਾਈ ਨੂੰ ਨਜ਼ਰ ਅੰਦਾਜ਼ ਕਰਕੇ ਔਰੰਗਜ਼ੇਬ ਜੋ ਤੂੰ ਕੀਤਾ, ਜੋ ਤੂੰ ਕਸਮ ਖਾਧੀ ਹੈ, ਕਸੇ ਕੌਲ ਕੁਰਾਨ ਕੁਨਦ ਇਤਬਾਰ, ਜਿਹੜਾ ਤੁਹਾਡੀ ਕਸਮ 'ਤੇ ਭਰੋਸਾ ਕਰ ਲਵੇ ਵਿਚਾਰਾ, ਕੋਈ ਮੰਨ ਲਵੇ। ਮਹਾਰਾਜ ਕਹਿੰਦੇ ਸਾਡੇ ਨਾਲ ਤਾਂ ਜੋ ਹੋਇਆ ਸੋ ਹੋਇਆ, ਸਾਨੂੰ ਤਾਂ ਪਤਾ ਸੀ ਇਹ ਭਾਣਾ ਇੱਦਾਂ ਹੀ ਵਰਤਣਾ। ਪਰ ਜੇ ਕੋਈ ਹੋਰ ਵੀ ਬੰਦਾ, ਕੋਈ ਵੀ ਬੰਦਾ, ਹਿੰਦੂ, ਮੁਸਲਮਾਨ, ਈਸਾਈ, ਸਿੱਖ, ਜੈਨੀ, ਬੋਧੀ, ਕੋਈ ਵੀ ਆਦਮੀ ਕਿਸੇ ਮੁਲਕ ਦਾ, ਇਹ ਔਰੰਗਜ਼ੇਬ ਤੇਰੀ ਕਸਮ 'ਤੇ ਭਰੋਸਾ ਕਰ ਲਵੇ, ਹਮਾ ਰੋਜ਼ ਆਖਿਰ ਸ਼ਬਦ ਮਰਦ ਖੁਆਰ। ਮਹਾਰਾਜ ਕਹਿੰਦੇ ਅਖੀਰ ਨੂੰ ਉਹ ਬੰਦਾ ਖੁਆਰ ਹੋਏਗਾ, ਪਰੇਸ਼ਾਨ ਹੋਏਗਾ। ਕਿਉਂ? ਤੁਸੀਂ ਕਸਮ 'ਤੇ ਪੂਰਾ ਉਤਰਨਾ ਹੀ ਨਹੀਂ। ਤੁਸੀਂ ਕਸਮ ਖਾ ਲੈਣੀ, ਅਗਲੇ ਨੇ ਮੰਨ ਲੈਣੀ। ਤੁਸੀਂ ਕਹਿਣਾ ਵਾਹ ਜੀ ਵਾਹ, ਅਸੀਂ ਸਹੁੰ ਖਾਂਦੇ ਹਾਂ ਧਰਮ ਦੀ, ਖੁਦਾ ਦੀ, ਰੱਬ ਦੀ, ਕੁਰਾਨ ਦੀ, ਤੇਰੇ ਨਾਲ ਪੂਰੇ ਸਹੀ ਚੱਲਾਂਗੇ। ਅਗਲੇ ਨੇ ਮੰਨ ਲੈਣਾ ਵੀ ਬਹੁਤ ਚੰਗੇ ਬੰਦੇ ਤੇ ਕੁਰਾਨ ਦੀ ਕਸਮ ਖਾ ਰਹੇ ਆ। ਮਾਤਾ ਗੁਜਰੀ ਜੀ ਨੇ ਮੰਨ ਲਈ, ਸਿੰਘਾਂ ਨੇ ਮੰਨ ਲਈ, ਕਲਗੀਧਰ ਨਹੀਂ ਮੰਨੇ। ਉਹ ਕਹਿੰਦੇ ਨਾ, ਇਹਨਾਂ ਦੀ ਕੁਰਾਨ ਦੀ ਕਸਮ ਜਿਹੜੀ ਹੈ ਜਾਂ ਖੁਦਾ ਦੀ ਇਹ ਕਸਮ ਖਾਂਦੇ ਆ, ਨਬੀ ਦੀ ਕਸਮ ਖਾਂਦੇ ਆ, ਜ਼ਬਾਨੀ ਕਲਾਮੀ ਹੈ, ਅੰਦਰੋਂ ਨਹੀਂ। ਪਰ ਉਸ ਵੇਲੇ ਹਾਲਾਤ ਐਸੇ ਸੀ ਅਨੰਦਪੁਰ ਸਾਹਿਬ ਦੇ ਵੀ ਰੋਟੀ ਨਾਂ ਦੀ ਚੀਜ਼ ਵੇਖਿਆ ਮਹੀਨੇ ਲੰਘ ਚੁੱਕੇ ਸਨ। ਭੁੱਖ ਬੜੀ ਡਾਢੀ ਤੰਗ ਕਰ ਰਹੀ ਸੀ। ਸਿੰਘ ਤੇ ਮਾਤਾ ਜੀ ਜ਼ੋਰ ਪਾਉਣ ਲੱਗੇ ਵੀ ਕਿਲ੍ਹਾ ਛੱਡੋ, ਤੇ ਪਾਤਸ਼ਾਹ ਨੇ ਫਿਰ ਵੀ ਟਣਕਾਰ ਕੇ ਕਿਹਾ ਸੀ ਮੈਨੂੰ ਦੋਸ਼ ਨਾ ਦਿਆ ਜੇ ਖਾਲਸਾ ਜੀ, ਜ਼ਿੰਮੇਵਾਰੀ ਤੁਹਾਡੀ ਹੋਵੇ।
ਇਹ ਨਾ ਕਿਹਾ ਜੇ ਵੀ ਗੁਰੂ ਨੇ ਦੱਸਿਆ ਨਹੀਂ, ਖੁਆਰ ਹੋਵੋਗੇ। ਇਹ ਝੂਠੀਆਂ ਕਸਮਾਂ ਖਾ। ਹੁਣ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਜੋ ਹੋਇਆ ਸੋ ਹੋਇਆ, ਪਰ ਅੱਗੇ ਨੂੰ ਵੀ ਤੇਰੀ ਕਸਮ ਤੇ ਕੋਈ ਤਵਾਰ ਕਰ ਲਵੇ। ਅਖੀਰ ਖੁਆਰ ਹੋਏਗਾ, ਪਰੇਸ਼ਾਨ ਹੋਏਗਾ, ਉਹਦੇ ਨਾਲ ਧੋਖਾ ਹੋਏਗਾ। ਹਾਂਜੀ। ਤੁਮਾਰਾ ਕਸਾ ਸਾਇ ਆਇਤ ਬਜੇਰ। ਔਰੰਗਜ਼ੇਬ ਤੂੰ ਹੈਰਾਨ ਹੋਏਗਾ ਵੀ ਮੈਂ ਕਸਮਾਂ ਵੀ ਖਾਧੀਆਂ, ਘੇਰੇ ਵੀ ਪਵਾਏ, ਫੌਜਾਂ ਵੀ ਭੇਜੀਆਂ, ਗੁਰੂ ਗੋਬਿੰਦ ਸਿੰਘ ਜਿਉਂਦਾ ਕਿਵੇਂ ਫਿਰਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਤਾਂ ਇਹੀ ਹੈਰਾਨੀ ਹੈ ਜਿਹੜਾ ਜਿੰਨਾ ਕੁਝ ਤੂੰ ਕੀਤਾ ਮੈਨੂੰ ਮਰਵਾਉਣ ਵਾਸਤੇ ਕੀਤਾ। ਕਿਉਂਕਿ ਔਰੰਗਜ਼ੇਬ ਦਾ ਮਕਸਦ ਕੇਵਲ ਤੇ ਕੇਵਲ ਸੀ ਕਿ ਸ੍ਰੀ ਕਲਗੀਧਰ ਜੀ ਕਾਬੂ ਆ ਜਾਣ, ਜੜ ਪਕੜੀ ਜਾਵੇ ਤੇ ਸਾਰਾ ਫਸਾਦ ਹੀ ਮੁੱਕ ਜਾਵੇ। ਪਰ ਹੈਰਾਨ ਸੀ ਔਰੰਗਜ਼ੇਬ ਵੀ ਉਹ ਨਿਕਲ ਕਿਵੇਂ ਗਿਆ। ਸਾਹਿਬ ਕਲਗੀਧਰ ਪਾਤਸ਼ਾਹ ਤਾੜੀ ਮਾਰ ਕੇ ਨਿਕਲੇ ਆ ਚਮਕੌਰ ਦੀ ਗੜੀ ਚੋਂ, ਕਹਿ ਕੇ ਨਿਕਲਿਆ ਪੀਰੇ ਹਿੰਦ ਮੇ ਰਵਾਦ। ਆਪਣੀ ਬੋਲੀ 'ਚ ਵੀ ਨਹੀਂ, ਉਹਨਾਂ ਦੀ ਬੋਲੀ 'ਚ ਵੀ ਸਮਝ ਆ ਜਾਵੇ ਉਹਨਾਂ ਨੂੰ। ਫਾਰਸੀ 'ਚ ਮਹਾਰਾਜ ਨੇ ਆਖਿਆ ਪੀਰੇ ਹਿੰਦ ਮੇ ਰਵਾਦ, ਉੱਚੀ ਆਵਾਜ਼ ਵਿੱਚ ਤਾੜੀ ਵੀ ਮਾਰੀ ਹੈ। ਉਹਦਾ ਮਤਲਬ ਸੀ ਵੀ ਹਿੰਦ ਦਾ ਪੀਰ ਜਾ ਰਿਹਾ ਹੈ। ਉਹ ਗੁਰੂ ਸਾਹਿਬ ਨੂੰ ਹਿੰਦ ਦਾ ਪੀਰ ਕਹਿੰਦੇ ਸੀ। ਪੂਰਾ ਹਿੰਦੁਸਤਾਨ ਕਲਗੀਧਰ ਨੂੰ ਆਪਣਾ ਪੀਰ ਮੰਨਦਾ ਸੀ, ਮੰਨਦਾ ਹੈ, ਮੰਨਦਾ ਰਹੇਗਾ। ਉਹ ਹੈ ਹੀ ਪੀਰ ਨੇ। ਪੀਰੇ ਹਿੰਦ ਮੇ ਰਵਾਦ, ਕਿ ਜਾ ਰਿਹਾ ਹਿੰਦ ਦਾ ਪੀਰ, ਪਕੜ ਲਓ। ਰੌਲਾ ਪੈ ਗਿਆ। ਗੁਰੂ ਸਾਹਿਬ ਕਹਿੰਦੇ ਅਸੀਂ ਨਿਕਲ ਗਏ। ਤੂੰ ਹੈਰਾਨ ਹੈ ਵੀ ਜਿਉਂਦਾ ਕਿਵੇਂ ਹੈ? ਸੁਣ। ਹੁਮਾਰਾ ਕਸ਼ਾ ਸ਼ਾਇਦ ਬਜ਼ੇਰ। ਔਰੰਗਜ਼ੇਬ ਇੱਕ ਹੁਮਾ ਪੰਛੀ ਹੁੰਦਾ ਹੈ। ਫਾਰਸੀ ਵਾਲੇ ਉਸ ਨੂੰ ਹੁਮਾ ਕਹਿੰਦੇ ਹਨ। ਔਰੰਗਜ਼ੇਬ ਹੁਮਾ ਸਮਝਦਾ, ਤਾਂ ਮਹਾਰਾਜ ਨੇ ਹੁਮਾ ਸ਼ਬਦ ਵਰਤੇ। ਆਪਣੇ ਦੇਸ਼ 'ਚ ਸੰਸਕ੍ਰਿਤ ਜਿਹਨੂੰ ਅਨਲ ਪੰਛੀ ਕਹਿੰਦੇ। ਉਹ ਪੰਛੀ ਆਕਾਸ਼ ਵਿੱਚ ਹੀ ਰਹਿੰਦਾ। ਫਾਰਸੀ ਵਾਲੇ ਵੀ ਕਹਿੰਦੇ ਨੇ ਤੇ ਸੰਸਕ੍ਰਿਤ ਵਾਲੇ ਵੀ ਕਹਿੰਦੇ ਨੇ। ਉਹ ਆਕਾਸ਼ ਵਿੱਚ ਹੀ ਆਂਡਾ ਦਿੰਦਾ। ਉਹਦਾ ਆਂਡਾ ਜ਼ਮੀਨ ਵੱਲ ਆਉਂਦਾ, ਜ਼ਮੀਨ ਤੋਂ 100-200 ਮੀਟਰ ਆਂਡਾ ਉੱਪਰ ਹੀ ਫੁੱਟ ਜਾਂਦਾ। ਬੱਚਾ ਨਿਕਲਦਾ, ਫੜਫੜਾ ਕੇ ਉੱਪਰ ਨੂੰ ਉੱਡਦਾ, ਆਪਣੇ ਮਾਂ ਪਿਓ ਕੋਲ ਚਲਾ ਜਾਂਦਾ। ਐਸਾ ਪੰਛੀ ਹੈ, ਉਹਦਾ ਬੱਚਾ ਵੀ ਜ਼ਮੀਨ 'ਤੇ ਨਹੀਂ ਆਉਂਦਾ। ਉਸ ਪੰਛੀ ਦੇ ਪਰ ਜੇ ਕਿਸੇ ਰੂਪ ਵਿੱਚ ਕਿਸੇ ਕਰਨੀ ਵਾਲੇ ਮਹਾਂਪੁਰਸ਼ ਦੁਆਰਾ ਥੱਲੇ ਆ ਜਾਣ, ਜਿਹੜੀ ਚੀਜ਼ ਨੂੰ ਲਾ ਦਿਓ ਉਹ ਚੀਜ਼ ਉੱਡ ਕੇ ਉੱਥੇ ਚਲੀ ਜਾਂਦੀ ਹੈ ਜਿੱਥੇ ਹੁਮਾ ਪੰਛੀ ਰਹਿੰਦਾ। ਦਸਮ ਪਾਤਸ਼ਾਹ ਨੇ ਇੱਥੇ ਹੁਮਾ ਲਿਖਿਆ, ਅਕਾਲ ਉਸਤਤ 'ਚ ਅਨਲ ਲਿਖਿਆ। ਪੰਛੀ ਅਨਲ ਆਕਾਸ਼ ਡੋਲ ਵੋ ਕਰਤ ਹੈ। ਆਕਾਸ਼ 'ਚ ਹੀ ਰਹਿੰਦਾ, ਜ਼ਮੀਨ 'ਤੇ ਕਦੀ ਨਹੀਂ ਆਇਆ। ਫਾਰਸੀ ਈਰਾਨ ਦੇ ਜਿਹੜੇ ਵਿਦਵਾਨ ਨੇ, ਪਰਸ਼ੀਅਨ ਦੇ, ਉਹਨਾਂ ਨੇ ਲਿਖਿਆ ਹੈ ਕਿ ਉਹ ਹੁਮਾ ਪੰਛੀ ਉੱਡਦਾ ਉੱਡਦਾ ਜੇ ਕਿਸੇ ਬੰਦੇ ਦੇ ਸਿਰ ਤੋਂ ਲੰਘੇ ਔਰ ਉਹਦੀ ਛਾਈ, ਉਹਦੀ ਪਰਛਾਈ ਪੈ ਜਾਵੇ ਬੰਦੇ 'ਤੇ, ਉਹ ਬੰਦਾ ਬਾਦਸ਼ਾਹ ਬਣ ਜਾਂਦਾ। ਇਹ ਲਿਖਿਆ। ਔਰੰਗਜ਼ੇਬ ਨੂੰ ਮਹਾਰਾਜ ਉਹਦੀ ਬੋਲੀ 'ਚ ਸਮਝਾ ਰਹੇ। ਹੁਮਾਰਾ ਕਸ਼ੈ ਸ਼ਾਇਦ ਬਜ਼ੇਰ। ਐ ਔਰੰਗਜ਼ੇਬ ਜਿਹੜਾ ਹੁਮਾ ਦੇ ਛਾਇਆ ਥੱਲੇ ਆ ਜੇ ਉਹ ਤੇ ਬਾਦਸ਼ਾਹ ਬਣ ਗਿਆ ਨਾ। ਫਿਰ ਕੀ ਹੁੰਦਾ? ਅਗਲੀ ਪੰਕਤੀ। ਕਰੋ ਦਸ ਦਾਰਦ ਨਾ ਜਾਗੇ ਦਾਲੇ। ਜਾਗੇ ਕਹਿੰਦੇ ਸਾਧ ਸੰਗਤ ਜੀ ਕਾਂ ਨੂੰ, ਕਊਏ ਨੂੰ। ਕਾਲਾ ਕਾਂ ਸ਼ੈਤਾਨ ਬੜਾ ਪਰ ਗੰਦ ਖਾਂਦਾ, ਤੇ ਕਾਵਾਂ ਰੌਲੀ ਪਾਉਣ ਤੋਂ ਬਿਨਾਂ ਕਿਸੇ ਦਾ ਵਿਗਾੜ ਕੁਝ ਨਹੀਂ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਂ ਐ ਔਰੰਗਜ਼ੇਬ ਜਿਹਦੇ ਸਿਰ ਤੋਂ ਹੁਮਾ ਲੰਘ ਗਿਆ, ਜਾਂ ਜਿਹਦੇ ਸਿਰ ਤੇ ਹੁਮਾ ਨੇ ਛਾਇਆ ਕਰ ਦਿੱਤਾ, ਉਹ ਤਾਂ ਬਣ ਗਿਆ ਬਾਦਸ਼ਾਹ। ਉਸ ਜਿਹਦੇ ਸਿਰ ਤੇ ਹੁਮਾ ਦਾ ਛਾਇਆ ਹੈ, ਉਸ ਬੰਦੇ ਦਾ ਕਾਂ ਕੀ ਵਿਗਾੜ ਸਕਦੇ? ਦੱਸ, ਕੋਈ ਵਿਗਾੜ ਸਕਦੇ? ਕਾਂ ਜਿਹਦੇ ਸਿਰ ਤੇ ਹੁਮਾ ਦਾ ਛਾਇਆ ਹੈ, ਵੱਡੇ ਪੰਛੀ ਦਾ, ਉਹਦਾ ਕਾਂ ਨਹੀਂ ਕੁਝ ਵਿਗਾੜ ਸਕਦੇ। ਔਰੰਗਜ਼ੇਬ ਮੇਰੇ ਸਿਰ ਤੇ ਅਕਾਲ ਪੁਰਖ ਦਾ ਹੱਥ ਹੈ। ਆਖੋ ਸਤਨਾਮ ਸ੍ਰੀ। ਮੇਰੇ ਸਿਰ ਤੇ ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਨੂੰ ਮਾਰ ਨਾ ਸਕਾ ਕੋਏ।
ਮੇਰੇ ਸਿਰ ਤੇ ਉਹ ਅਕਾਲ ਪੁਰਖ ਪਰਮੇਸ਼ਰ ਮੇਰਾ ਰਾਖਾ ਹੈ। 10 ਲੱਖ ਤਾਂ ਕੀ 10 ਕਰੋੜ ਵੀ ਆ ਜਾਂਦੇ ਤੇਰੇ ਸਿਪਾਹੀ ਤਾਂ ਵੀ ਨਹੀਂ ਸੀ ਫੜ ਸਕਦੇ। ਆਖੋ ਸ੍ਰੀ ਵਾਹਿਗੁਰੂ। ਹਮਾਰਾ ਕਸ਼ਾ ਛਾਇਆ ਆਇਰ ਬਜ਼ੇਰ ਬਰੋ ਦਸਤ ਦਰਦ ਨਾ ਜਾਗੇ ਦਲੇਰ। ਜਿਹਦੇ ਸਿਰ ਤੇ ਹੁਮਾ ਦਾ ਛਾਇਆ, ਕਾਂ ਕੁਝ ਨਹੀਂ ਵਿਗਾੜ ਸਕਦੇ। ਤੇਰੇ ਵਰਗੇ ਕਾਂ ਮੇਰਾ ਕੀ ਵਿਗਾੜ ਸਕਦੇ ਨੇ। ਮਹਾਰਾਜ ਇੱਕ ਤਰ੍ਹਾਂ ਨਾਲ ਔਰੰਗਜ਼ੇਬ ਨੂੰ ਕਾਂ ਕਹਿ ਗਏ ਨੇ ਇਸ਼ਾਰੇ ਨਾਲ। ਹਾਂਜੀ। ਕਸੇ ਪੁਸ਼ਤ ਉਪਤਦ ਪਸੇ ਸਿਰ ਨਾਰ। ਕੋਈ ਆਦਮੀ ਸ਼ੇਰ ਦੀ ਪਿੱਠ ਦੇ ਪਿੱਛੇ ਜਾ ਕੇ ਖਲੋ ਜਾਵੇ ਤੇ ਸ਼ੇਰ ਨੂੰ ਆਖੇ ਮੈਨੂੰ ਬਚਾ। ਸ਼ੇਰ ਉਹਦੀ ਰਾਖੀ ਲਈ ਸਾਹਮਣੇ ਛਾਤੀ ਤਾਣ ਕੇ ਖਲੋ ਗਿਆ। ਕੋਈ ਬੰਦਾ ਸ਼ੇਰ ਦੀ ਸ਼ਰਨ ਚਲਾ ਗਿਆ, ਸਿੰਘ ਦੀ ਸ਼ਰਨ ਪੈ ਗਿਆ ਹੈ। ਨਗੀਰਤ ਬੁਝੋ ਮੇਸੋ ਆਹੂ ਗੁਜ਼ਾਰਾ। ਉਸ ਬੰਦੇ ਨੂੰ ਹੁਣ ਭੇਡਾਂ, ਬੱਕਰੀਆਂ ਤੇ ਹਿਰਨ ਕੁਝ ਨਹੀਂ ਕਹਿ ਸਕਦੇ। ਜਿਹੜਾ ਸ਼ੇਰ ਦੀ ਗੁਫਾ ਵਿੱਚ ਹੈ, ਹਿਰਨ ਨੂੰ ਵੀ ਪਤਾ ਵੀ ਉਹ ਬੰਦਾ ਸ਼ੇਰ ਕੋਲ ਚਲਾ ਗਿਆ। ਭੇਡ ਨੂੰ ਵੀ ਪਤਾ ਉੱਥੇ ਸ਼ੇਰ ਖੜਾ, ਬੱਕਰੀ ਨੂੰ ਵੀ ਪਤਾ ਉੱਥੇ ਸ਼ੇਰ ਖੜਾ। ਆਪਣੇ ਮਾਸ ਦਾ ਫਿਕਰ ਹੈ, ਉੱਥੇ ਤੇ ਵੀ ਮਿਖਾ ਜਾਣਾ। ਉਹਨੂੰ ਕੀ ਕਹਿਣਾ, ਉਹ ਤੇ ਆਪਣੀ ਖੈਰ ਮੰਗੇਗਾ। ਔਰੰਗਜ਼ੇਬ ਤੂੰ ਆਪਣੀ ਖੈਰ ਮੰਗ, ਮੈਂ ਅਕਾਲ ਪੁਰਖ ਦੀ ਸ਼ਰਨ ਵਿੱਚ ਹਾਂ। ਤੇਰੇ ਵਰਗੀਆਂ ਭੇਡਾਂ, ਬੱਕਰੀਆਂ ਤੇ ਤੇਰੇ ਵਰਗੇ ਹਿਰਨ 12 ਸਿੰਘੇ ਮੈਨੂੰ ਨਹੀਂ ਕੁਝ ਕਰ ਸਕਦੇ। ਮੇਰਾ ਰਾਖਾ ਅਕਾਲ ਪੁਰਖ ਹੈ। ਕਸਮ ਸਹਬੇ ਖੁਫੀਆ ਗਰਈ ਖੁਰਮ। ਮਹਾਰਾਜ ਕਹਿੰਦੇ ਜੇ ਮੈਨੂੰ ਤੇਰੀਆਂ ਝੂਠੀਆਂ ਕਸਮਾਂ ਦਾ ਪਤਾ ਲੱਗਦਾ ਵੀ ਤੂੰ ਝੂਠੀਆਂ ਕਸਮਾਂ ਖਾਣ ਵਾਲਾ ਹੈ। ਹੁਣ ਮਹਾਰਾਜ ਨੂੰ ਉੱਦਾਂ ਜਲੀਲ ਕਰ ਰਹੇ ਆ ਗੱਲਾਂ ਨਾਲ। ਜਿਹੜੀਆਂ ਤੂੰ ਖੁਫੀਆ ਗੱਲਾਂ ਕੀਤੀਆਂ ਉਹ ਮੈਂ ਜਾਣਦਾ। ਜੇਕਰ ਨਾ ਫੌਜੇ ਆਜੀਜੇ ਰਾਸ਼ੁਮ ਅਜ ਕੁਨਮ। ਤਾਂ ਮੈਂ ਆਪਣੀਆਂ ਫੌਜਾਂ ਨੂੰ ਕਿਉਂ ਮਰਵਾਉਂਦਾ। ਮੈਨੂੰ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਕਰਵਾਉਣੇ ਪਏ। ਕੋਈ ਸ਼ਾਹੀ ਟਿੱਬੀ 'ਤੇ, ਕੋਈ ਸਰਸਾ ਦੇ ਕੰਢੇ 'ਤੇ, ਕੋਈ ਮਲਕਪੁਰ ਰੰਗੜਾਂ 'ਚ, ਕੋਈ ਚਮਕੌਰ ਦੀ ਗੜੀ 'ਚ ਮੇਰੇ ਪਿਆਰੇ ਮੇਰੇ ਸਾਹਮਣੇ ਸ਼ਹੀਦ ਹੋਏ। ਉਹ ਕਰੋੜਾਂ ਨਾਲ ਨਹੀਂ ਲੱਭਦੇ, ਉਹ ਅਰਬਾਂ ਨਾਲ ਨਹੀਂ ਲੱਭਦੇ। ਇਹੋ ਜਿਹੇ ਸਿੰਘ ਸਨ ਔਰ ਮੇਰੇ ਪੁੱਤਰ ਸਨ ਜਿਹੜੇ, ਉਹ ਸਭ ਸ਼ਹੀਦ ਹੋ ਗਏ। ਸਿਰਫ ਤੇ ਸਿਰਫ ਤੇਰੀ ਕੁਰਾਨ ਦੀ ਕਸਮ 'ਤੇ ਇਤਬਾਰ ਕੀਤਾ। ਹੁਣ ਮਹਾਰਾਜ ਨੂੰ ਝਿਜੋੜ ਰਹੇ ਆ ਵੀ ਤੂੰ ਕੁਰਾਨ ਨੂੰ ਕੀ ਸਮਝਦਾ। ਅਸੀਂ ਕੁਰਾਨ ਦਾ ਸਤਿਕਾਰ ਕਰਦੇ ਹਾਂ ਕਿ ਤੂੰ ਕਰਦਾ। ਆਖੋ ਸ੍ਰੀ ਵਾਹਿਗੁਰੂ। ਇੱਕ ਉਹ ਬੰਦੇ ਜਿਹੜੇ ਕੁਰਾਨ ਦੀ ਕਸਮ 'ਤੇ ਆਪਣੀ ਜਾਨਾਂ ਵਾਰ ਗਏ ਨੇ, ਇੱਕ ਤੂੰ ਹੈ ਵੀ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਗਿਆ। ਅਸੀਂ ਕੁਰਾਨ ਦੀ ਇੱਜ਼ਤ ਕੀਤੀ ਕਿ ਤੂੰ ਕੀਤੀ ਹੈ। ਤੂੰ ਮੁਸਲਮਾਨ ਨੇਕ ਇਨਸਾਨ ਹੈ ਕਿ ਅਸੀਂ ਆ। ਕਿਉਂਕਿ ਮੁਸਲਮਾਨ ਦਾ ਅਰਥ ਹੈ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਦੁਨੀਆ ਰੰਗ ਨਾ ਇਹ ਆਵੇ ਨੇੜੇ, ਜੋ ਕੁਸਮ ਪਾਟ ਘਿਓ ਪਾਕ ਹਰਾ। ਇੰਨਾ ਪਵਿੱਤਰ ਹੋਵੇ ਤਾਂ ਮੁਸਲਮਾਨ ਬਣ। ਤੇ ਤੂੰ ਮੁਸਲਮਾਨ ਕੋ ਆਂਦਾ, ਤੇਰੇ ਵਿੱਚ ਤਾਂ ਈਮਾਨ ਹੈ ਹੀ ਨਹੀਂ। ਮੁਸੱਲਾ ਈਮਾਨ ਉਹਨੂੰ ਕਹਿੰਦੇ ਮੁਸਲਮਾਨ। ਪਰ ਈਮਾਨ ਕਿੱਥੇ ਹੈ? ਈਮਾਨ ਤਾਂ ਵੇਚ ਕੇ ਖਾ ਗਿਆ ਤੂੰ। ਕੁਰਾਨ ਦੀਆਂ ਕਸਮਾਂ ਖਾਧੀਆਂ ਨੇ। ਤੇਰੀਆਂ ਕਸਮਾਂ ਦੇ ਇਤਬਾਰ ਕਰਕੇ ਮੈਂ ਆਪਣੇ ਲੱਖਾਂ ਕਰੋੜਾਂ ਤੋਂ ਪਿਆਰੇ, ਜਾਨ ਤੋਂ ਪਿਆਰੇ ਸਿੰਘ ਸ਼ਹੀਦ ਕਰਵਾ ਬੈਠਾ ਹਾਂ। ਆਪਣੀਆਂ ਫੌਜਾਂ ਨਾ ਫੌਜ਼ੇ ਅਜ਼ੀਜ਼ ਰਾਸ਼ਮ ਅਜ਼ ਕੋਨਮ। ਮੈਂ ਆਪਣੀਆਂ ਫੌਜਾਂ ਕਿਉਂ ਕੱਢਦਾ ਕਿਲੇ 'ਚੋਂ ਬਾਹਰ? ਕਿਉਂ ਤੇਰੀ ਫੌਜ ਦੇ ਅੱਗੇ ਡਾਂਦਾ? ਕਿਉਂ ਮਰਵਾਉਂਦਾ? ਮੈਂ ਆਪਣੇ ਲੱਖਾਂ ਵਰਗੇ ਹੀਰਿਆਂ ਵਰਗੇ ਪੁੱਤਰ ਉਹ ਸਭ ਤੇਰੀਆਂ ਕਸਮਾਂ 'ਤੇ ਇਤਬਾਰ ਕਰਕੇ ਹੋਇਆ। ਹੁਣ ਮਹਾਰਾਜ ਕਹਿੰਦੇ ਦੇਖ, ਤੂੰ ਸਮਝਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਜਿੱਤ ਲਿਆ, ਪਰ ਅਸੀਂ ਸਮਝਦੇ ਹਾਂ ਤੂੰ ਹਾਰਿਆ ਹੈ। ਤੂੰ ਝੂਠੀਆਂ ਕਸਮਾਂ ਖਾ ਕੇ ਹਮਲਾ ਕੀਤਾ, ਸਾਡੇ ਨਾਲ ਜੰਗ ਹੋਇਆ, ਠੀਕ ਹੈ, ਸਾਡੇ ਸਾਰੇ ਬੰਦੇ ਸ਼ਹੀਦ ਹੋ ਗਏ। ਪਰ ਉਹ ਬੰਦੇ ਕਿੰਨੇ ਕੁ ਸਨ? ਗੁਰਸ਼ਨਾ ਜਕਾਰੇ ਕੋ ਨਦ ਚਹਿਲ ਨਰ। ਉਹ ਚਹਿਲ ਨਰ, ਚਹਿਲ ਮੈਨੇ 40, ਉਹ 40 ਨਰ, 40 ਬੰਦੇ ਸਨ। ਕੀ ਕਰ ਸਕਦੇ ਸਨ? ਭੁੱਖੇ ਵੀ ਸਨ, ਭਾਣੇ ਭੁੱਖੇ, ਥੱਕੇ ਟੁੱਟੇ। ਕਈ ਮਹੀਨੇ ਹੋ ਗਏ ਰੋਟੀ ਉਹਨਾਂ ਨੇ ਵੇਖੀ ਨਹੀਂ ਸੀ।
ਪਾਣੀ ਦਾ ਘੁੱਟ ਪੀ ਕੇ ਕਮਰ ਕਸੇ 'ਚ ਆਂਦਰਾਂ ਦੱਬ ਕੇ ਲੜਨ ਵਾਲੇ ਉਹ ਬੰਦੇ 10 ਲੱਖ ਦਾ ਮੁਕਾਬਲਾ ਕਰ ਰਹੇ ਸਨ। ਤੇ ਫਿਰ ਵੀ ਸਾਰਾ ਦਿਨ ਉਹਨਾਂ ਨੇ 8 ਪੋਹ 22 ਦਸੰਬਰ 1704 ਦਾ ਜਿਹੜਾ ਸਮਾਂ ਸੀਗਾ, ਸਵੇਰ ਦਾ ਜੰਗ ਸ਼ੁਰੂ ਹੋਇਆ, ਸ਼ਾਮ ਤੱਕ ਤੇਰੀਆਂ ਫੌਜਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। 35 ਕੁ ਸਿੰਘ ਸ਼ਹੀਦ ਹੋਏ, 5 ਫਿਰ ਵੀ ਬਚ ਗਏ ਸਨ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ। ਬਾਕੀ ਸਿੰਘ ਸ਼ਹੀਦ ਹੋਏ। 40 ਬੰਦੇ 10 ਲੱਖ ਦੇ ਮੁਕਾਬਲੇ ਤੇ ਖੜੇ ਸਨ। ਕੀ ਕਰ ਸਕਦੇ ਸਨ ਭੁੱਖੇ ਭਾਣੇ? ਕੇ ਦਹ ਲਗ ਬਰਾਇਦ ਬਰੋ ਬੇਖਬਰ। ਕਿ 10 ਲੱਖ ਬਰਾਇਦ, 10 ਲੱਖ ਦਾ ਅਰਥ ਹੈ 10 ਲੱਖ। ਬਰਾਇਦ ਮੈਨੇ ਆ ਗਏ, ਬਰੋ ਬੇਖਬਰ, ਬਿਨਾਂ ਖਬਰ ਦਿੱਤੇ ਆ ਗਏ। ਕਿਉਂਕਿ ਅਸੀਂ ਤਾਂ ਸੋਚੀ ਬੈਠੇ ਸੀ ਵੀ ਚਲੋ ਅਸੀਂ ਤਾਂ ਉਹਨਾਂ ਨੇ ਕਸਮ ਖਾਧੀ ਹੈ ਕੁਰਾਨ ਦੀ, ਅਸੀਂ ਜਾ ਰਹੇ ਹਾਂ, ਕੋਈ ਸਾਨੂੰ ਤੰਗ ਨਹੀਂ ਕਰੇਗਾ। ਇੱਕ ਹੁੰਦਾ ਵੀ ਪਤਾ ਹੋਵੇ ਵੀ ਦੁਸ਼ਮਣ ਨੇ ਹਮਲਾ ਕਰਨਾ ਤੇ ਕੋਈ ਤਿਆਰੀ ਰੱਖੀ ਦੀ ਹੈ। ਇੱਕ ਬਿਨਾਂ ਖਬਰ ਦਿੱਤਿਆਂ ਦੁਸ਼ਮਣ ਆ ਜਾਵੇ ਤੇ ਫਿਰ ਉਹਦਾ ਉਸੇ ਵੇਲੇ ਹੀਲਾ ਵਸੀਲਾ ਕਰਨਾ ਪੈਂਦਾ। 40 ਬੰਦੇ ਕੀ ਹੀਲਾ ਵਸੀਲਾ ਕਰ ਸਕਦੇ ਆ 10 ਲੱਖ ਦੇ ਸਾਹਮਣੇ? ਗੁਰਸ਼ਨਾ ਚਕਾਰੇ ਕੁਨਤ ਚਹਿਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ। ਬਿਨਾਂ ਖਬਰ ਦਿੱਤਿਆਂ 10 ਲੱਖ ਆਏ ਚੜ ਕੇ ਵੀ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਲਿਆਉਣਾ ਜਿਉਂਦਾ। ਜੇ ਜਿਉਂਦਾ ਨਾ ਮਿਲਿਆ ਤੇ ਸਿਰ ਵੱਢ ਕੇ ਲਿਆਉਣਾ। ਪਰ ਵਿਚਾਰਿਆਂ ਦੇ ਦੋਵੇਂ ਹੀ ਮਨਸੂਬੇ ਮਨ 'ਚ ਹੀ ਰਹਿ ਗਏ। ਆਖੋ ਸਤਨਾਮ ਸ੍ਰੀ। ਨਾ ਹਜ਼ੂਰ ਜਿਉਂਦੇ ਪਕੜੇ ਗਏ, ਨਾ ਸ਼ਹੀਦ ਹੋਏ। ਹਾਂਜੀ। ਕੇ ਪੈਮਾ ਸ਼ਿਕਨ ਬੇਦਰੰਗ ਆਮਦੰਦ। ਔਰੰਗਜ਼ੇਬ ਜਿਹੜੇ ਉਹ 10 ਲੱਖ ਆਏ, ਉਹ ਪੈਮਾ ਸ਼ਿਕਨ ਸਨ। ਪੈਮਾ ਸ਼ਿਕਨ ਈਮਾਨ ਨੂੰ ਤੋੜਨ ਵਾਲੇ, ਕਸਮਾਂ ਨੂੰ ਤੋੜਨ ਵਾਲੇ, ਧਰਮ ਨੂੰ ਤੋੜਨ ਵਾਲੇ। ਉਹਨਾਂ ਦੇ ਪੱਲੇ ਧਰਮ ਨਹੀਂ ਸੀ। 40 ਬੰਦੇ ਧਰਮੀ ਸਨ ਤਾਂ ਹੀ 10 ਲੱਖ ਨਾਲ ਲੜ ਗਏ। ਜੇ ਉਹ 40 ਬੰਦੇ ਧਰਮੀ ਨਾ ਹੁੰਦੇ ਤੇ ਤੇਰੇ 10 ਲੱਖ ਦੇ ਅੱਗੇ ਨਹੀਂ ਸੀ ਅੜ ਸਕਦੇ। ਕਿਉਂਕਿ ਤੇਰੇ 10 ਲੱਖ ਗਿਣਤੀ 'ਚ 10 ਲੱਖ ਸਨ ਪਰ ਅੰਦਰੋਂ ਕੱਖ ਵੀ ਨਹੀਂ ਸਨ। ਕਿਉਂਕਿ ਪੈਮਾ ਸ਼ਿਕਨ ਸਨ। ਕਿ ਪੈਮਾ ਸ਼ਿਕਨ ਬੇਦਰੰਗ ਆਮਦੰਦ। ਉਹ ਆ ਗਏ ਚੜ ਕੇ ਐਦ ਨੂੰ ਤੋੜਨ ਵਾਲੇ, ਕੀਤੇ ਹੋਏ ਵਾਅਦਿਆਂ ਨੂੰ ਤੋੜਨ ਵਾਲੇ, ਕੁਰਾਨ ਦੀਆਂ ਕਸਮਾਂ ਨੂੰ ਤੋੜਨ ਵਾਲੇ 10 ਲੱਖ ਆ ਗਏ। ਮਿਆਂ ਤੇ ਗੋ ਤੀਰੋ ਤੁਫੰਗ ਆਮਦੰਦ। ਮਿਆਂ ਤੇਗ ਤੀਰੋ, ਉਹਨਾਂ ਕੋਲ ਤਲਵਾਰਾਂ ਸਨ, ਉਹਨਾਂ ਕੋਲ ਤੀਰ ਸਨ, ਉਹਨਾਂ ਕੋਲ ਅਸਲਾ ਸੀ, ਤੋਪਾਂ ਸਨ। ਭਾਈ ਸੰਤੋਖ ਸਿੰਘ ਜੀ ਲਿਖਦੇ ਆ 10 ਲੱਖ ਆਏ ਚੜ ਕੇ। 10 ਲੱਖ। ਚਮਕੌਰ ਦੀ ਗੜੀ ਏਦਾਂ ਘਿਰ ਗਈ ਜਿਵੇਂ ਸਮੁੰਦਰ 'ਚ ਛੋਟਾ ਜਿਹਾ ਟਾਪੂ। ਘੇਰਾ ਪਾ ਕੇ ਸੂਬਾ ਵਜ਼ੀਰ ਖਾਨ, ਜ਼ਬਰਦਸਤ ਖਾਨ, ਭੀਮ ਚੰਦ ਸਾਰਿਆਂ ਨੇ ਐਲਾਨ ਕੀਤਾ ਢਾਹ ਲਓ ਗੜੀ ਨੂੰ, ਕਿਸੇ ਦਾ ਹੌਸਲਾ ਨਾ ਪਵੇ ਅੱਗੇ ਜਾਣ ਨੂੰ। ਵਜ਼ੀਰ ਖਾਨ ਕਹਿਣ ਲੱਗਾ ਯਾਰੋ ਤੁਸੀਂ ਕਰਦੇ ਕੀ ਹੋ? ਇੰਨੇ ਬੰਦੇ ਹੋ, ਇੱਕ ਇੱਕ ਮੁੱਠੀ ਨਾ ਮਿੱਟੀ ਦੀ ਚੱਕ ਕੇ ਗੜੀ 'ਚ ਸੁੱਟੋ, ਇੱਕ ਇੱਕ ਮੁੱਠੀ ਤੇ ਗੜੀ ਥੱਲੇ ਦੱਬ ਜਾਣੀ। 10 ਲੱਖ ਬੰਦਾ, ਗੱਲ ਵੀ ਇੱਦਾਂ ਹੀ। 10 ਲੱਖ ਬੰਦਾ ਮੁੱਠੀ ਮੁੱਠੀ ਰੇਤਾ ਪਾਵੇ, ਕਿੱਡਾ ਢੇਰ ਲੱਗੇਗਾ। ਮੁੱਠੀ ਮੁੱਠੀ ਰੇਤਾ ਹੀ ਪਾ ਦੇਵੇ, ਤੁਹਾਡੇ ਕੋਲੋਂ ਗੜੀ ਨਹੀਂ ਫਤਿਹ ਹੁੰਦੀ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤ ਦੀ ਸ਼ਕਤੀ ਕੰਮ ਕਰ ਰਹੀ ਸੀ। ਉਹ ਬਹਾਦਰ ਸੂਰਮੇ 1.25 लाख से एक लड़ाऊं, तब है गोबिंद सिंह नाम कहाऊं। ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਨਾਲ ਲੜ ਰਹੇ ਸਨ। ਮਹਾਰਾਜ ਕਹਿੰਦੇ ਹੈ ਕਿ ਮਿਆਂ ਤੇਗ ਤੀਰੋ ਤੁਫੰਗ ਆਮਦੰਦ। ਤੇਗਾਂ, ਤਲਵਾਰਾਂ, ਬੰਦੂਕਾਂ, ਬਰਛਿਆਂ ਦੇ ਨਾਲ ਲੈਸ਼, ਤੋਪਖਾਨੇ ਲੈ ਕੇ, ਬੰਦੂਕਾਂ ਲੈ ਕੇ ਉਹ ਹਜ਼ਾਰਾਂ ਤਾਜ਼ਾ ਦਮ ਫੌਜ ਸੀ। ਇੱਧਰ ਵਿਚਾਰਿਆਂ ਨੂੰ ਸਾਲ ਹੋ ਗਏ ਰੋਟੀ ਵੀ ਨਹੀਂ ਖਾਧੀ। 1 ਸਾਲ ਦਾ ਘੇਰਾ ਲਗਭਗ ਭੁੱਖੇ ਭਾਣੇ। ਤੇ ਉਧਰ ਸਭ ਚੀਜ਼ਾਂ, ਸਾਰੀਆਂ ਸਹੂਲਤਾਂ, ਚੰਗੇ ਘੋੜੇ, ਚੰਗੇ ਹਥਿਆਰ, ਚੰਗਾ ਖਾਣਾ, ਚੰਗੀਆਂ ਉਹਨਾਂ ਨੂੰ ਵਾਰੀ ਲੜਨ ਵਾਸਤੇ ਫੌਜ। ਜੇ ਇੱਕ ਥੱਕ ਜਾਵੇ ਤੇ ਦੂਜਾ ਉਹਦੀ ਥਾਂ ਤੇ ਆ ਜਾਵੇ। ਇਹਨਾਂ 40 ਨੇ ਪਤਾ ਨਹੀਂ ਕਦੋਂ ਦਾ ਆਰਾਮ ਵੀ ਨਹੀਂ ਸੀ ਕੀਤਾ, ਸੌਂ ਕੇ ਵੀ ਨਹੀਂ ਸੀ ਵੇਖਿਆ। ਇਹ ਭੁੱਖੇ ਵੀ ਸੀ, ਇਹ ਥੱਕੇ ਵੀ ਸੀ, ਉਨੀਂਦਰੇ ਵੀ ਸੀ, ਚਾਰੇ ਪਾਸਿਓਂ ਘਿਰੇ ਵੀ ਸੀ।
ਫਿਰ ਵੀ ਇਹਨਾਂ ਦੇ ਹੌਸਲੇ ਬੁਲੰਦ ਸੀ। ਤੇਰੀਆਂ 10 ਲੱਖ ਫੌਜਾਂ ਸਾਰਾ ਕੁਝ ਹੁੰਦਿਆਂ ਵੀ ਮੈਨੂੰ ਨਹੀਂ ਫੜ ਸਕੀਆਂ। ਹਾਂਜੀ, ਬਾਲਾਚਾਰ ਕੀ ਧਰਮੀਆਂ ਆਮਦਮ। ਮਹਾਰਾਜ ਕਹਿੰਦੇ ਜਦੋਂ ਅਸੀਂ ਵੇਖਿਆ ਵੀ ਹੁਣ ਬੇਵਸੀ ਹੈ, ਅਸੀਂ ਖੁਸ਼ੀ ਨਾਲ ਨਹੀਂ ਤਲਵਾਰ ਚੁੱਕੀ, ਅਸੀਂ ਕਿਸੇ ਨੂੰ ਬਿਨਾਂ ਮਤਲਬ ਨਹੀਂ ਮਾਰਦੇ, ਅਸੀਂ ਕਿਸੇ ਦਾ ਖੂਨ ਡੋਲ ਕੇ ਰਾਜ਼ੀ ਨਹੀਂ ਹਾਂ, ਅਸੀਂ ਕਾਤਲ ਨਹੀਂ ਹਾਂ, ਅਸੀਂ ਹਥਿਆਰੇ ਨਹੀਂ ਹਾਂ, ਅਸੀਂ ਜ਼ੁਲਮ ਨਹੀਂ ਕਰਦੇ, ਅਸੀਂ ਕਤਲ ਨਹੀਂ ਕਰਦੇ, ਅਸੀਂ ਕਿਸੇ ਦਾ ਖੂਨ ਨਹੀਂ ਡੋਲਦੇ। ਪਰ ਬੇਵਸੀ ਵੇਖੀ, ਕੀ ਹੋਇਆ? ਬਾਲਾਚਾਰ ਕੀ ਧਰਮੀਆਂ ਆਮਦਮ। ਅਸੀਂ ਵੇਖਿਆ ਵੀ ਹੁਣ ਬੇਵਸੀ ਹੈ, ਹੁਣ ਕੋਈ ਚਾਰਾ ਨਹੀਂ ਰਹਿ ਗਿਆ। ਬਾ ਤਦਬੀਰ ਤੀਰੋ ਤੁਫੰਗ ਆਮਦਮ। ਫਿਰ ਅਸੀਂ ਆਪਣੇ 40 ਸਿੰਘਾਂ ਨੂੰ, ਉਹਨਾਂ ਦੇ ਸ਼ਸਤਰਾਂ ਨੂੰ ਤਿਆਰ ਕੀਤਾ। 3 ਭਾਰ ਤੀਰਾਂ ਦੇ ਸਨ। 3 ਭਾਰ, ਭਾਰ ਕਹਿੰਦੇ ਜਿਹੜਾ ਇੱਕ ਬੰਦਾ ਚੁੱਕ ਲਵੇ। ਪੰਡ, ਪੰਜਾਬੀ 'ਚ ਪੰਡ ਵੀ ਕਹਿ ਦਿੰਦੇ ਆ, ਭਾਰ ਵੀ ਕਹਿ ਦਿੰਦੇ ਨੇ। ਉਹ 3 ਖੱਚਰਾਂ 'ਤੇ ਲੱਦੇ ਹੋਏ ਤੀਰ ਕਿੰਨੇ ਕੁ ਹੋਣਗੇ? 2000 ਹੋਣਗੇ, 3000 ਤੀਰ ਹੋਣਗੇ, 4000 ਤੀਰ ਹੋਣਗੇ, 10 ਲੱਖ ਵੈਰੀ ਸੀ ਬਾਹਰ। ਤੇ ਜਿੰਨੇ ਕੁ ਸਿੰਘ ਸਨ ਇੰਨੀਆਂ ਕੁ ਬੰਦੂਕਾਂ ਹੋਣਗੀਆਂ ਜਾਂ ਇਦੋਂ ਵੀ ਘੱਟ ਹੋਣਗੀਆਂ। ਜੇ ਇੱਕ ਬੰਦੂਕ ਦੇ ਵਿੱਚ 10, 20, 50 ਗੋਲੀਆਂ ਇੱਕ ਸਿੰਘ ਕੋਲ ਹੋਣ ਤਾਂ ਵੀ ਕਿੰਨਾ ਕੁ ਅਸਲਾ ਦੁਸ਼ਮਣ ਦੇ ਸਾਹਮਣੇ। ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਕਾਇਮ ਕੀਤਾ। ਉਹਦੇ 4 ਬਾਹੀਆਂ ਤੇ 8 ਸਿੰਘ ਲਾਏ। 8 ਇੱਧਰ, 8 ਇੱਧਰ, 8 ਅੱਗੇ, 1 ਪਿੱਛੇ, 32 ਸਿੰਘ ਇੱਦਾਂ ਲਾਏ। ਭਾਈ ਮਦਨ ਸਿੰਘ ਤੇ ਕੋਠਾ ਸਿੰਘ ਦਰਵਾਜ਼ੇ 'ਚ ਖੜੇ ਕੀਤੇ ਵੀ ਜੇ ਦੁਸ਼ਮਣ ਆਵੇ ਦਰਵਾਜ਼ੇ ਵੱਲ ਤੁਸੀਂ ਇੱਥੋਂ ਤੀਰ ਮਾਰਨੇ ਆ। ਬਾਬਾ ਜੀ ਦਇਆ ਸਿੰਘ ਜੀ, ਧਰਮ ਸਿੰਘ ਜੀ ਨੂੰ ਆਖਿਆ ਵੀ ਤੁਸੀਂ ਆਲੇ ਦੁਆਲੇ ਘੁੰਮ ਕੇ ਦੇਖੋ, ਜਿੱਥੇ ਦੁਸ਼ਮਣ ਦਾ ਜ਼ੋਰ ਪਵੇ ਉੱਥੇ ਭਾਈ ਆਲਮ ਸਿੰਘ ਮਦਦ ਪਹੁੰਚਾਓ। ਆਪ ਸਾਹਿਬਜ਼ਾਦੇ ਵੱਡੇ ਦੋਵੇਂ ਨਾਲ ਲੈ ਕੇ ਜਿਹੜੀ ਉਸ ਗੜੀ ਦੀ ਉੱਪਰਲੀ ਮਮਟੀ ਸੀ ਉਹਦੇ 'ਚ ਬੈਠੇ ਤੀਰਾਂ ਦੀ ਵਰਖਾ ਕਰਨ ਲਈ। ਮਹਾਰਾਜ ਕਹਿੰਦੇ ਮੈਂ ਬਾ ਤਦਬੀਰ ਤੀਰੋ ਤੁਫੰਗ ਆਮਦਨ। ਬੰਦੂਕਾਂ ਤੀਰਾਂ ਨੂੰ ਤਿਆਰ ਕੀਤਾ, ਹਥਿਆਰਾਂ ਨੂੰ ਤਿਆਰ ਕੀਤਾ। ਮੈਂ ਆਪਣੇ ਯੋਧਿਆਂ ਨੂੰ ਕਿਹਾ ਵੀ ਸੂਰਮਿਓ, ਹੁਣ ਆ ਗਿਆ ਸਮਾਂ ਸ਼ਹੀਦੀਆਂ ਦਾ, ਹੁਣ ਤਗੜੇ ਹੋ ਜਾਓ, ਹੁਣ ਜਾਨ ਤਲੀ 'ਤੇ ਰੱਖ ਕੇ ਖੇਡੋ, ਹੁਣ ਤਾਂ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਲ ਨਾ ਕੀਜੈ। ਮਹਾਰਾਜ ਨੇ ਆਖਿਆ ਖਾਲਸਾ ਜੀ, ਪਟਨਾ ਸਾਹਿਬ ਸਿੱਖੀ ਦਾ ਪੰਘੂੜਾ ਸੀ, ਆਨੰਦਪੁਰ ਸਾਹਿਬ ਸਿੱਖੀ ਦਾ ਕਾਲਜ ਸੀ, ਚਮਕੌਰ ਸਿੱਖੀ ਦੀ ਯੂਨੀਵਰਸਿਟੀ ਹੈ। ਹੁਣ ਇਮਤਿਹਾਨ ਦੇਖਣਾ ਵੀ ਪਾਸ ਕਿੰਨੇ ਨੰਬਰਾਂ 'ਚ ਹੋਵੋਗੇ। ਸਿੰਘਾਂ ਨੇ ਜੋ ਬਚਨ ਕਹੇ ਢਾਡੀ ਦਇਆ ਸਿੰਘ ਦਿਲਬਰ ਨੇ ਲਿਖੇ ਹੈ। ਉਹਨਾਂ ਨੇ ਆਖਿਆ ਪਾਤਸ਼ਾਹ, ਨਾਵੇਂ ਪਾਤਸ਼ਾਹ ਦਾ ਸਾਕਾ ਯਾਦ ਕਰਕੇ ਲੈ ਆਵਾਂਗੇ ਇੱਕ ਤੂਫਾਨ ਦਾਤਾ। ਅਜੇ ਸਾਨੂੰ ਚਾਂਦਨੀ ਚੌਂਕ 'ਚ ਡੁੱਲਾ ਖੂਨ ਨਹੀਂ ਭੁੱਲਿਆ। ਮਹਾਰਾਜ ਅਸੀਂ ਆਪਣੇ ਸਤਿਗੁਰਾਂ ਦਾ ਬਦਲਾ ਲੈਵਾਂਗੇ, ਇੱਥੇ ਅੱਜ ਤੇਗਾਂ ਮਾਰਾਂਗੇ, ਕਿਉਂਕਿ ਜਦੋਂ ਜੰਗ ਲੜਨਾ ਹੁੰਦਾ ਨਾ ਉੱਥੇ ਭਾਵਨਾ ਕੰਮ ਕਰਦੀ ਹੈ, ਜੋਸ਼ ਕੰਮ ਕਰਦਾ। ਨਾਵੇਂ ਪਾਤਸ਼ਾਹ ਦਾ ਸਾਕਾ ਯਾਦ ਕਰਕੇ ਲੈ ਆਵਾਂਗੇ ਇੱਕ ਤੂਫਾਨ ਦਾਤਾ। ਤੇ ਵਾਕਿਆ ਹੀ ਤੂਫਾਨ ਲੈ ਆਂਦਾ। ਇੱਕ ਸਿੰਘ 1.25 ਲੱਖ ਤੇ ਭਾਰੂ ਹੋਇਆ। ਬੜਾ ਘਮਸਾਨ ਦਾ ਯੁੱਧ ਹੋਇਆ। ਕਾਰ ਅਜ ਅਮ ਹੈ ਹਿਲਤੇ ਦਰ ਗੁਜਸਤ। ਮਹਾਰਾਜ ਕਹਿੰਦੇ ਨੇ ਔਰੰਗਜ਼ੇਬ, ਝੁੰਕਾਰ ਅਜ ਹਮਾ ਹੀਲਤੇ ਦਰ ਗੁਜਸਤ। ਜਦੋਂ ਸਾਰੇ ਹੀਲੇ ਮੁੱਕ ਜਾਣ, ਜਦੋਂ ਪੁਲਾਂ ਤੋਂ ਪਾਣੀ ਲੰਘਣ ਲੱਗੇ, ਜਦੋਂ ਕੋਈ ਚਾਰਾ ਨਾ ਰਵੇ, ਜਦੋਂ ਸ਼ਾਮ ਦਾਮ ਭੇਦ ਨੀਤੀਆਂ ਨਾ ਰਹਿਣ, ਫਿਰ ਦੰਡ ਰਹਿ ਜਾਂਦਾ। ਸ਼ਾਮ ਦਾਮ ਦੰਡ ਭੇਦ ਇਹ ਨੀਤੀ ਦੇ 4 ਅੰਗ ਨੇ। ਸ਼ਾਮ ਮੈਨੇ ਦੁਸ਼ਮਣ ਦੀ ਸ਼ਰਨ ਪੈ ਜਾਣਾ ਵੀ ਮੈਂ ਹਾਰਿਆ ਤੂੰ ਜਿੱਤਿਆ, ਇਹ ਸ਼ਾਮ ਹੈ। ਔਰੰਗਜ਼ੇਬ ਨਾਲ ਸ਼ਾਮ ਚੱਲਣੀ ਨਹੀਂ। ਉਹਨੇ ਕਿਹੜਾ ਹੰਕਾਰੀ ਬੰਦੇ ਜਾ ਕੋਈ ਸ਼ਰਨ ਪਵੇ ਵੀ ਉਹ ਕਹਿੰਦਾ ਲੈ ਮੈਂ ਤਗੜਾ, ਮੇਰੇ ਤੋਂ ਡਰ ਗਿਆ। ਉਹ ਇਹ ਨਹੀਂ ਸੋਚਦਾ ਬਈ ਇਹ ਬਚਾਅ ਕਰਨਾ ਚਾਹੁੰਦਾ ਆਪਣਾ ਵੀ ਤੇ ਦੂਜਿਆਂ ਦਾ ਵੀ। ਹੰਕਾਰੀ ਬੰਦਾ ਇਹ ਸੋਚਦਾ ਇਹ ਮੇਰੇ ਤੋਂ ਡਰ ਗਿਆ, ਸ਼ਾਮ ਨਹੀਂ ਚੱਲਿਆ। ਦਾਮ ਪੈਸੇ ਦੇ ਕੇ ਸੁਲ੍ਹਾ ਕਰ ਲੈਣੀ, ਉਹ ਵੀ ਨਹੀਂ। ਭੇਦ ਦੁਸ਼ਮਣ ਦੇ ਘਰ 'ਚ ਫੁੱਟ ਪਵਾ ਦੇਣੀ, ਐਸਾ ਕੋਈ ਚਾਲ ਚੱਲਣੀ। ਦੁਸ਼ਮਣ ਦੇ ਘਰ 2 ਭਰਾ ਆਪਸ 'ਚ ਲੜ ਪੈਣ, ਆਪੇ ਲੜੀ ਜਾਣ, ਆਪਣੀ ਜਿੱਤ। ਚੌਥਾ ਹੈ ਦੰਡ।
ਤਲਵਾਰ ਨਾਲ ਲੜਨਾ। ਹੁਣ ਮਹਾਰਾਜ ਕਹਿੰਦੇ ਰਹਿ ਹੀ ਦੰਡ ਗਿਆ ਸੀ, ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ। ਜਦੋਂ ਸਾਰੇ ਹੀਲੇ ਦਰਕਿਨਾਰਾ ਹੋ ਜਾਣ, ਸਾਰੇ ਹੀਲਿਆਂ ਤੋਂ ਅੱਗੇ ਦੀ ਗੱਲ ਪਹੁੰਚ ਜਾਵੇ, ਫਿਰ ਕਿਹੜਾ ਹੀਲਾ ਕਰਨਾ ਚਾਹੀਦਾ ਹੈ? ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਉਸ ਵੇਲੇ ਫਿਰ ਸ਼ਮਸ਼ੀਰ ਦੇ ਉੱਤੇ, ਸ਼ਮਸ਼ੀਰ ਦੇ ਦਸਤ ਤੇ ਤਲਵਾਰ ਦੇ ਮੁੱਠੇ ਤੇ ਹੱਥ ਰੱਖਣਾ ਜਾਇਜ਼ ਹੈ, ਹਲਾਲ ਹੈ। ਹਲਾਲ ਦਾ ਅਰਥ ਹੁੰਦਾ ਜਾਇਜ਼। ਫਿਰ ਜਦੋਂ ਵੇਖੀਏ ਬਈ ਹੁਣ ਕੋਈ ਚਾਰਾ ਨਹੀਂ, ਦੁਸ਼ਮਣ ਸਿਰ ਤੇ ਚੜਿਆ ਹੁੰਦਾ, ਇਹਨੇ ਮਾਰ ਤਾਂ ਦੇਣਾ ਹੀ ਹੈ, ਇਹਦੇ ਨਾਲ ਨਾ ਹੱਥ ਜੋੜਿਆਂ ਗੱਲ ਬਣਨੀ ਹੈ, ਨਾ ਇਹਨੇ ਸੁਲ੍ਹਾ ਕਰਨੀ ਹੈ, ਨਾ ਇਹ ਕਿਸੇ ਤਰ੍ਹਾਂ ਸਮਝੇ, ਨਾ ਇਹ ਮੁੜੇ। ਫਿਰ ਮਹਾਰਾਜ ਕਹਿੰਦੇ ਸੂਰਮੇ ਨੂੰ ਚਾਹੀਦਾ ਆਪਣੇ ਮਿਆਨ ਚੋਂ ਤੇਗ ਛੜਕ ਲਵੇ। ਫਿਰ ਸਿੰਘਾਂ ਨੇ ਛੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ, ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ। ਸਿਰ ਧਰ ਬਾਹਾਂ ਗਠਲੇ ਫੁੱਲ ਜਿਹੈ ਵਾੜੀ, ਜਣ ਕਰ ਵੱਡੇ ਬਾਢੀਆਂ ਰੁੱਖ ਚੰਦਨ ਆਰੀ। ਚੰਡੀ ਦੀ ਵਾਰ ਵਿੱਚ 10ਵੇਂ ਪਾਤਸ਼ਾਹ ਨੇ ਜਿਹੜਾ ਜੋਸ਼ ਦਾ, ਵੀਰ ਰਸ ਦਾ ਵਰਣਨ ਕੀਤਾ ਨਾ, ਫਿਰ ਚਮਕੌਰ ਦੀ ਗੜੀ 'ਚ ਖਾਲਸੇ ਨੇ ਵਿਖਾ ਦਿੱਤਾ। ਹਾਂਜੀ, ਕੇ ਕਸਮੇ ਕੁਰਾ ਮਨ ਕੁਨਮ ਇਤਬਾਰ। ਦੇਖ ਰੰਗਜੇਬ, ਹੁਣ ਤੇਰੀਆਂ ਕਿਹੜੀਆਂ ਕਿਹੜੀਆਂ ਕਸਮਾਂ ਦਾ ਇਤਬਾਰ ਕਰੀਏ। ਵਿਦਵਾਨ ਕਹਿੰਦੇ ਨੇ ਜਦੋਂ ਮਾਛੀਵਾੜੇ ਦੇ ਜੰਗਲਾਂ 'ਚੋਂ ਸੱਚੇ ਪਾਤਸ਼ਾਹ ਨੇ ਫਤਿਹਨਾਮਾ ਲਿਖ ਕੇ ਭੇਜਿਆ, ਉਹਦੇ 24 ਸ਼ੇਅਰ ਮਿਲਦੇ ਨੇ, ਜਿਹੜੇ ਡਾਕਟਰ ਭਾਈ ਵੀਰ ਸਿੰਘ ਜੀ ਕਲਗੀਧਰ ਚਮਤਕਾਰ ਵਿੱਚ ਛਾਪੇ। ਬਾਬਾ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਨੂੰ ਅੱਜ ਤੋਂ 150 ਸਾਲ ਪਹਿਲਾਂ ਉਹ ਮਿਲਿਆ ਸੀ। ਉਹਦੇ ਵਿੱਚ ਮਹਾਰਾਜ ਨੇ 2 ਪੁੱਤਰਾਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਕਿ ਮੇਰੇ 2 ਪੁੱਤਰ ਸ਼ਹੀਦ ਹੋ ਗਏ। ਕਿਉਂ? ਇਹ ਲਿਖਿਆ ਸੀ 9 ਪੋਹ ਨੂੰ, 23 ਦਸੰਬਰ ਨੂੰ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ 22 ਦਸੰਬਰ ਨੂੰ। ਅਗਲੇ ਦਿਨ ਮਹਾਰਾਜ ਨੇ ਚਿੱਠੀ ਲਿਖੀ ਸੀ। ਔਰ ਜਿਹੜੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਉਹ 27 ਦਸੰਬਰ ਨੂੰ ਸ਼ਹੀਦ ਹੋਏ, ਯਾਨੀ ਉਸ ਚਿੱਠੀ ਤੋਂ 4 ਦਿਨ ਬਾਅਦ ਸ਼ਹੀਦ ਹੋਏ। ਉਹਦੇ ਬਾਅਦ ਔਰੰਗਜ਼ੇਬ ਨੇ ਫਿਰ ਇੱਕ ਚਿੱਠੀ ਲਿਖੀ ਵੀ ਮੈਂ ਪਿਛਲੀਆਂ ਗੱਲਾਂ ਛੱਡੋ, ਫਿਰ ਕਸਮਖਾਨਾ ਮੇਰੇ ਕੋਲ ਆ ਜਾਓ। ਆਖੋ ਸਤਨਾਮ। ਦੇਖੋ ਕਿੱਡੇ ਮਕਾਰ ਲੋਕ ਨੇ, ਕਿੰਨੇ ਬੇਸ਼ਰਮ ਲੋਕ। ਪਤਾ ਵੀ ਹੈ ਵੀ ਮੇਰੀਆਂ ਸਹੁੰਆਂ ਨੰਗੀਆਂ ਹੋ ਚੁੱਕੀਆਂ, ਫਿਰ ਕਹਿੰਦਾ ਆ ਜਾਓ ਤੁਸੀਂ, ਮੈਂ ਤੁਹਾਡੇ ਨਾਲ ਤੁਹਾਡੀ ਗੱਲ ਸੁਣਾਂਗਾ, ਜੋ ਹੋ ਗਿਆ ਉਹਨੂੰ ਭੁੱਲ ਜਾਓ। ਹੁਣ ਪਾਤਸ਼ਾਹ ਕਹਿੰਦੇ ਨੇ ਜੇ ਕਸਮੇ ਕੋਰਾ ਮਨ ਕੋ ਨਾ ਮੈਂ ਅਤਬਾਰ। ਹੁਣ ਕਿੰਨੀਆਂ ਕੁ ਕਸਮਾਂ ਖਾਏਗਾ? ਮੈਂ ਕਿੰਨੀਆਂ ਕੁ ਕਸਮਾਂ 'ਤੇ ਇਤਬਾਰ ਕਰਾਂ ਤੇਰੀਆਂ, ਤੇ ਕਿੰਨੀਆਂ ਕੁ ਮੰਨਾਂ ਤੇਰੀਆਂ? ਅੱਗੇ ਤੇਰੀਆਂ ਕਸਮਾਂ ਦਾ ਨਜ਼ਾਰਾ ਵੇਖ ਚੁੱਕੇ ਹਾਂ। ਹਾਂਜੀ, ਵਗਰ ਨੈ ਤੂੰ ਕੋਈ ਮਨ ਈ ਰਹਿ ਚੇਕਾਰ। ਵਰਨਾ ਤੂੰ ਹੀ ਦੱਸ, ਮੇਰੇ ਵਰਗੇ ਸਾਧੂ ਨੂੰ ਤਲਵਾਰ ਚੁੱਕਣ ਦੀ ਕੀ ਲੋੜ ਪੈ ਗਈ? ਮੇਰੇ ਵਰਗੇ ਗੁਰੂ ਫਕੀਰ, ਸਾਧੂ ਗੁਰੂ ਹੁੰਦੇ ਆ, ਸੰਤ ਹੁੰਦੇ ਆ, ਤੇ ਉਹਨਾਂ ਦਾ ਕੀ ਕੰਮ ਵੈਰ ਕਰਨਾ ਕਿਸੇ ਨਾਲ? ਪਰ ਮਹਾਰਾਜ ਕਹਿੰਦੇ ਹਰ ਹੀਲ ਤੇ ਦਰ ਗੁਜਸ। ਹੀਲੇ ਸਾਰੇ ਲੰਘ ਚੁੱਕੇ ਸਨ, ਕੋਈ ਰਾਹ ਨਹੀਂ ਸੀ ਰਹਿ ਗਿਆ। ਹੁਣ ਵੀ ਉਹੀ ਗੱਲ ਹੋਣੀ ਹੈ, ਹੁਣ ਵੀ ਖਾਲਸੇ ਨੇ ਤੇਗ ਹੀ ਚਲਾਣੀ ਹੈ, ਤਾਂ ਤੇਰੇ ਵਰਗਿਆਂ ਨੂੰ ਨੱਥ ਪੈਣੀ ਹੈ। ਗੁਰੂ ਸਾਹਿਬ ਇਸ਼ਾਰਾ ਦੇ ਰਹੇ ਆ, ਵਗਰ ਨਾ ਤੂੰ ਗੋਈ, ਨਹੀਂ ਤੂੰ ਹੀ ਦੱਸ, ਤੂੰ ਹੀ ਗੋਈ ਮੈਨੇ ਬੋਲ ਕਿ ਮਾਨੀ ਰਹਿ ਚਕਾਰ। ਮੈਨੂੰ ਇਸ ਕੰਮ ਵਿੱਚ ਆਉਣ ਦੀ, ਇਸ ਰਸਤੇ ਲੜਾਈ ਦੇ, ਦੰਗੇ ਦੇ, ਜੰਗ ਦੀ ਕੀ ਲੋੜ ਸੀ? ਮੈਂ ਕਿਉਂ ਆਇਆ ਇਹਦਾ? ਹੁਣ ਮਹਾਰਾਜ ਆ ਕਿੱਧਰ ਰਹੇ? ਜੰਗਲ ਦੇਸ਼ ਨੂੰ। ਜੰਗਲ ਦੇਸ਼ ਯਾਨੀ ਮਾਲਵਾ। ਉੱਥੇ ਸਾਧ ਸੰਗਤ ਜੀ ਔਰੰਗਜ਼ੇਬ ਦੀਆਂ ਫੌਜਾਂ ਜਾਂਦੀਆਂ, ਕੰਬਦੀਆਂ ਵੀ ਸਨ, ਕਿਉਂਕਿ ਮਲਵਈ ਜਿਹੜੇ ਸਨ ਉਹ ਜੰਗਲ 'ਚ ਰਹਿਣ ਹਿਲੇ ਹੋਏ ਸਨ। ਉੱਥੇ ਪਾਣੀ ਨਹੀਂ ਸੀ ਮਿਲਦਾ ਅਤੇ ਫਸਲਾਂ ਵੀ ਬਹੁਤ ਘੱਟ ਹੁੰਦੀਆਂ ਸਨ। ਜਿਹੜੇ ਬੰਦੇ ਕੋਲ ਸੁੱਖ ਸੁਵਿਧਾ, ਪੈਸਾ, ਅੰਨ ਧਨ ਬਹੁਤ ਹੋਵੇਗਾ, ਉਹ ਬੰਦਾ ਆਰਾਮ ਤਲਬ ਹੋਏਗਾ, ਉਹ ਸੁਖੀ ਰਹਿਣਾ ਚਾਹੇਗਾ, ਉਹ ਲੜਾਈ ਝਗੜੇ ਤੋਂ ਟਲੇਗਾ। ਜਿਹੜਾ ਬੰਦਾ ਕੜਾਕੇ ਫਾਕੇ ਕੱਟਣੇ ਸਿੱਖਿਆ, ਉਹ ਲੜਨ ਪੜਨ ਤੋਂ ਪਿੱਛੇ ਨਹੀਂ ਹਟੇਗਾ। ਚੌਧਰੀ ਸ਼ਮੀਰ ਨੂੰ ਚਿੱਠੀ ਲਿਖੀ ਸੂਬੇ ਵਜ਼ੀਰ ਖਾਨ ਨੇ, ਗੁਰੂ ਗੋਬਿੰਦ ਸਿੰਘ ਮੇਰੇ ਹਵਾਲੇ ਕਰ ਦੇ। ਉਹਨੇ ਜਵਾਬ ਦਿੱਤਾ ਤੂੰ ਆਪਣੇ ਪੀਰ ਮੇਰੇ ਹਵਾਲੇ ਕਰ ਦੇ। ਫਿਰ ਜਦੋਂ ਡੱਲੇ ਕੋਲ ਪਹੁੰਚੇ ਮਹਾਰਾਜ, ਫਿਰ ਚਿੱਠੀ ਆਈ, ਉਹ ਡੱਲਿਆ ਤੂੰ ਚੌਧਰੀ ਹੈ, ਗੁਰੂ ਗੋਬਿੰਦ ਸਿੰਘ ਨੂੰ ਪਨਾਹ ਦਿੱਤੀ ਹੈ, ਸਾਡੇ ਹਵਾਲੇ ਕਰ ਦੇ। ਚੌਧਰੀ ਡੱਲਾ ਕਹਿੰਦਾ ਆ ਜਾਓ, ਲੜ